ਇੱਕ ਵੱਡੀ ਸਾਈਕਲ ਸ਼ਾਪ ਸੀ, ਉੱਥੇ ਮੈਂ ਗਿਆ ਸੀ। ਉਹ ਕਹਿੰਦੇ ਸਭ ਠੀਕ ਹੈ, ਤੂੰ ਦਾੜੀ ਸ਼ੇਵ ਕਰਕੇ ਪਗੜੀ ਨੂੰ ਉਤਾਰ ਕੇ ਆ ਜਾਈਂ ਅਗਲੇ ਦਿਨ। ਫਿਰ ਮੈਂ ਪੁੱਛਿਆ, ਮੈਂ ਕਿਹਾ ਸੀਰੀਅਸਲੀ? ਕਹਿੰਦਾ ਹਾਂ ਸੀਰੀਅਸਲੀ। ਮੈਂ ਕਿਹਾ ਰਹਿਣ ਦੇ ਤੂੰ, ਮੈਨੂੰ ਲੋੜ ਨਹੀਂ ਇਸ ਜੌਬ ਦੀ। ਫਿਰ ਮੇਨ 2014 ਤੋਂ ਲੈ ਕੇ ਹੁਣ ਤੱਕ ਫੋਕਸ ਰਿਹਾ ਰੇਜ਼ਿੰਗ ਅਵੇਅਰਨੈਸ ਆਫ ਦ ਸਿੱਖ ਆਈਡੈਂਟੀਟੀ। ਤੇ ਮੇਨ ਏਮ ਹੈਗਾ, ਆਬਜੈਕਟਿਵ ਹੈਗਾ ਕਿ ਜਿਹੜੇ 80 ਮਿਲੀਅਨ ਤੋਂ ਜ਼ਿਆਦਾ ਪੋਪੂਲੇਸ਼ਨ ਹੈ ਜਰਮਨੀ ਦੀ, ਉਹਨਾਂ ਨੂੰ ਪਤਾ ਚੱਲ ਜਾਏ ਕਿਸੇ ਵੀ ਸਰਦਾਰ ਨੂੰ ਦੇਖ ਕੇ। ਜੋ ਪੋਸਟਰ ਲੱਗਾ ਫਰੈਂਕਫਰਟ ਮੇਨ ਸਟੇਸ਼ਨ, ਇਹਨੂੰ ਦੇਖ ਕੇ ਵੀ ਫੋਨ ਆਇਆ ਸਾਨੂੰ ਇੱਕ ਇਲਾਕੇ ਤੋਂ, ਜਿਹੜਾ ਇੱਕ ਬਹੁਤ ਹੀ ਛੋਟਾ ਸ਼ਹਿਰ ਹੈ ਜਿੱਥੇ ਕੋਈ ਸਿੱਖ ਹੈ ਹੀ ਨਹੀਂ, ਉਹ ਇੱਕੋ ਹੀ ਫੈਮਿਲੀ ਹੈ। ਉੱਥੇ ਜਾ ਕੇ ਅਸੀਂ ਸਕੂਲਸ ਦੇ ਵਿੱਚ ਜਾ ਕੇ ਪ੍ਰੈਜੈਂਟੇਸ਼ਨ ਕਰਦੇ ਹਾਂ। ਉੱਥੇ ਬੱਚਿਆਂ ਨੂੰ ਐਕਸਪਲਿਸਿਟਲੀ ਉਹਨਾਂ ਦੇ ਬੱਚਿਆਂ ਦੀ ਸਗੋਂ ਦਸਤਾਰਾਂ ਬੰਨਦੇ ਆ, ਕਲਾਸ ਟੀਚਰਸ ਦੀਆਂ ਦਸਤਾਰਾਂ ਬੰਨਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਪੰਜਾਬੀ ਵਿਰਾਸਤ USA ਚੈਨਲ। ਮੈਂ ਹਾਂ ਚਰਨਜੀਤ ਕੌਰ UK ਤੋਂ। ਜਿਵੇਂ ਹਮੇਸ਼ਾ ਦੀ ਤਰ੍ਹਾਂ ਅਸੀਂ ਇੱਕ ਨਵੀਂ ਨਿਊਜ਼, ਇੱਕ ਨਵਾਂ ਹੀ ਮੁੱਦਾ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਹਾਂ। ਸੋ ਅੱਜ ਇੱਕ ਬੜੀ ਵਧੀਆ ਬ੍ਰੇਕਿੰਗ ਨਿਊਜ਼ ਹੈਗੀ ਤੁਹਾਡੇ ਸਾਰਿਆਂ ਦੇ ਸਾਹਮਣੇ। ਸਾਡੇ ਨਾਲ ਜੁੜ ਚੁੱਕੇ ਹਨ ਜਰਮਨੀ ਤੋਂ ਦਮਨਦੀਪ ਸਿੰਘ ਜੀ। ਹੁਣ ਤੁਸੀਂ ਕਹੋਗੇ ਕਿ ਦਮਨਦੀਪ ਸਿੰਘ ਜੀ ਕੌਣ ਨੇ? ਇੱਕ ਯੰਗ ਬੱਚੇ ਨੇ, ਇੱਕ ਜਰਮਨ ਦੇ ਵਿੱਚ ਗਰੋ ਅਪ ਹੋਏ ਨੇ, ਸਿੱਖ ਸਰਦਾਰਾਂ ਦੇ ਬੱਚੇ, ਜਿਨ੍ਹਾਂ ਨੇ ਜਰਮਨ ਦੇ ਵਿੱਚ ਬੜੀਆਂ ਵੱਡੀਆਂ ਮੱਲਾਂ ਮਾਰਨ ਦਾ ਯਤਨ ਕੀਤਾ ਤੇ ਉਸ ਯਤਨ ਦੇ ਵਿੱਚ ਇਹ ਕਾਫੀ ਹੱਦ ਤੱਕ ਕਾਮਯਾਬੀ ਹੋ ਗਏ ਨੇ। ਕਿਉਂਕਿ ਜਰਮਨ ਦੀ ਗੱਲ ਆਪਾਂ ਤੁਹਾਨੂੰ ਦੱਸਿਆ ਕਿ ਜਰਮਨ ਦੇ ਵਿੱਚ ਸਿੱਖ ਤਾਂ ਕਾਫੀ ਸਮੇਂ ਤੋਂ ਉੱਥੇ ਰਹਿੰਦੇ ਨੇ, ਪਰ ਜਦੋਂ ਸਿੱਖੀ ਦੇ ਲੈਵਲ ਤੇ ਕੁਝ ਕੰਮ ਹੁੰਦੇ ਨੇ ਉੱਥੇ ਔਕੜਾਂ ਪੈ ਜਾਂਦੀਆਂ, ਜਿਵੇਂ ਬੱਚਿਆਂ ਦੇ ਨਾਮ ਰੱਖਣ ਤੇ ਜਾਂ ਫਿਰ ਆਪਣੀ ਪਹਿਚਾਣ, ਜਾਂ ਸਕੂਲਾਂ ਦੇ ਵਿੱਚ ਕਈ ਇਹੋ ਜਿਹੀ ਦਿੱਕਤਾਂ ਹੁੰਦੀਆਂ ਨੇ ਕਿਉਂਕਿ ਉੱਥੇ ਸਿੱਖ ਵੀ ਘੱਟ ਨੇ। ਜੇ ਆਪਾਂ ਇੰਗਲੈਂਡ ਤੇ ਕੈਨੇਡਾ ਦੀ ਬਤੌਰ ਤੇ ਦੇਖੀਏ, ਉਸ ਲੈਵਲ ਤੱਕ ਉੱਥੇ ਸਿੱਖ ਘੱਟ ਨੇ, ਪਰ ਫਿਰ ਵੀ ਜਿਹੜੇ ਸਿੱਖਾਂ ਦੇ ਅੰਦਰ ਗੁਰੂ ਦੇ ਪ੍ਰਤੀ ਪਿਆਰ ਹੁੰਦਾ, ਉਹ ਫਿਰ ਆਪਣੇ ਗੁਰੂ ਨੂੰ ਸਨਮੁਖ ਰੱਖ ਕੇ ਬਹੁਤ ਕੁਝ ਕਰਨ ਦਾ ਯਤਨ ਕਰਦੇ ਹਨ। ਮੇਰੀ ਮੁਰਾਦ ਸੋ ਆਪ ਜੀ ਨੂੰ ਦੱਸਿਆ ਕਿ ਦਮਨਦੀਪ ਸਿੰਘ ਜੀ ਜੋ ਸਿੱਖ ਫਬੰਦ ਡੋਇਚਲੈਂਡ ਦੇ ਨਾਲ ਇਹਨਾਂ ਦਾ ਸੰਬੰਧ ਹੈਗਾ, ਜਿੰਦੀ ਇਹਨਾਂ ਨੇ ਫਾਊਂਡੇਸ਼ਨ ਖੋਲੀ ਹੈ ਜਿੱਥੇ ਸਿੱਖਾਂ ਦੀ ਆਵਾਜ਼ ਨੂੰ ਬੁਲੰਦ ਕਰਨ ਦਾ ਯਤਨ ਕੀਤਾ। ਆਓ ਆਪਾਂ ਸਭ ਤੋਂ ਪਹਿਲੇ ਇਹਨਾਂ ਦੇ ਨਾਲ ਗੁਰਫਤਿਹ ਦੀ ਸਾਂਝ ਕਰਦੇ ਹਾਂ ਤੇ ਸਵਾਗਤ ਕਰਦੇ ਹਾਂ ਇਹਨਾਂ ਦਾ ਪੰਜਾਬੀ ਵਿਰਾਸਤ USA ਚੈਨਲ ਤੇ ਬਾਕੀ ਦੀ ਗੱਲਾਂ ਬਾਤਾਂ ਆਪਾਂ ਇਹਨਾਂ ਦੇ ਹੀ ਮੁਖਾਰ ਬਿਨ ਤੋਂ ਸੁਣਾਈਏ ਕਿ ਇਹਨਾਂ ਨੇ ਉੱਥੇ ਕਿਹੋ ਜਿਹੇ ਕਾਜ ਸੈੱਟ ਕੀਤੇ ਨੇ। ਸੋ ਦਮਨਦੀਪ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਕੀ ਫਤਿਹ। ਤੁਹਾਡਾ ਨਿੱਘਾ ਸਵਾਗਤ ਕੀਤਾ ਜਾਂਦਾ ਪੰਜਾਬੀ ਵਿਰਾਸਤ USA ਚੈਨਲ ਤੇ। ਥੈਂਕ ਯੂ ਬਹੁਤ ਬਹੁਤ ਭੈਣ ਜੀ, ਥੈਂਕ ਯੂ ਸੋ ਮਚ। ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡੇ ਆਪਣੇ ਬਾਰੇ ਪੁੱਛਾਂਗੇ ਕਿ ਤੁਸੀਂ ਆਪਣੇ ਬਾਰੇ ਥੋੜਾ ਜਿਹਾ ਬਰੀਫਲੀ ਜਿਹਾ ਦੱਸੋ ਕਿ ਤੁਸੀਂ ਜਰਮਨ ਦੇ ਵਿੱਚ ਕਿੱਥੇ ਰਹਿੰਦੇ ਹੋ ਤੇ ਕਦੋਂ ਤੋਂ ਤੁਸੀਂ ਜਰਮਨ ਦੇ ਵਿੱਚ ਆਏ ਹੋ, ਕਦੋਂ ਆਏ ਹੋ? ਹਾਂਜੀ, ਮੇਰੀ ਬਰਥ 1992 ਦੀ ਹੈਗੀ ਹੈ, ਮਾਰਚ 1992 ਦੀ, ਤੇ ਇੱਥੇ ਹੀ ਪੈਦਾਇਸ਼ ਤੋਂ ਮੈਂ ਇੱਥੇ ਹੀ ਹਾਂ, ਕਲੋਨ ਸ਼ਹਿਰ ਦੇ ਵਿੱਚ। ਮੇਰੇ ਪੇਰੈਂਟਸ ਇੱਥੇ ਦੇ ਹੈਗੇ ਨੇ। ਫਾਦਰ ਮੇਰੇ 76 ਦੇ ਵਿੱਚ ਆਏ ਸੀ ਤੇ ਉਹ ਉਦੋਂ ਤੋਂ ਇੱਥੇ ਹੀ ਨੇ। ਬਾਕੀ ਸਕੂਲਿੰਗ ਤੋਂ ਬਾਅਦ ਮੈਂ 1 ਸਾਲ ਇੰਡੀਆ ਬੋਰਡਿੰਗ ਸਕੂਲ ਵੀ ਗਿਆ, ਇੱਥੇ ਇੰਗਲਿਸ਼ ਸਕੂਲ ਵਿੱਚ ਸੀ। ਜਰਮਨ ਸਕੂਲ ਵੀ ਗਿਆ ਤੇ ਮਕੈਨੀਕਲ ਇੰਜੀਨੀਅਰਿੰਗ ਕੀਤੀ, ਬੈਚਲਰਸ। ਤੇ ਬੇਸਿਕਲੀ ਇਹੀ ਆ ਮੇਰਾ ਪਿਛੋਕੜ, ਕਹਿ ਲਓ। 2 ਭੈਣਾਂ ਨੇ ਮੇਰੀਆਂ। ਸੋ ਜਦੋਂ ਤੁਸੀਂ ਇੱਥੇ ਸਕੂਲਿੰਗ ਕਰਦੇ ਹੋਏ ਸੀ, ਸਕੂਲ ਦੇ ਵਿੱਚ ਤੁਹਾਨੂੰ ਕੋਈ ਇਹੋ ਜਿਹੀਆਂ ਪ੍ਰੋਬਲਮਸ ਫੇਸ ਆਈਆਂ ਨੇ ਐਜ਼ ਅ ਸਿੱਖ ਹੋਣ ਦੇ ਨਾਤੇ? ਤੁਹਾਡੇ ਨਾਲ ਕੋਈ ਡਿਸਕ੍ਰਿਮੀਨੇਸ਼ਨ ਕੀਤਾ ਗਿਆ ਹੈਗਾ? ਸਕੂਲ ਟਾਈਮ ਤੇ ਕੁਝ ਖਾਸ ਨਹੀਂ ਸੀ, ਪਟਕਾ ਬੰਨ ਕੇ ਜਾਈਦਾ ਸੀ। ਤਾਂ ਜਿਨ੍ਹਾਂ ਨੂੰ ਪਤਾ ਨਹੀਂ ਸੀ ਉਹ ਕੁਝ ਮਖੌਲ ਵੀ ਕਰਦੇ ਸੀ, ਕੁਝ ਜਣੇ ਪੁੱਛ ਲੈਂਦੇ ਸੀਗੇ, ਕੁਝ ਜਣਿਆਂ ਨੂੰ ਸਮਝਾ ਦੇਈਦਾ ਸੀਗਾ। ਪਰ ਕੋਈ ਵੱਡੇ ਲੈਵਲ ਤੇ ਮੈਨੂੰ ਪਰਸਨਲੀ ਡਿਸਕ੍ਰਿਮੀਨੇਸ਼ਨ ਨਹੀਂ ਹੋਈ। ਪਾਰਟ ਟਾਈਮ ਜੌਬ ਲੱਭਦਾ ਹੋਇਆ ਐਜ਼ ਅ ਸਟੂਡੈਂਟ, ਜਦੋਂ ਇੰਜੀਨੀਅਰਿੰਗ ਪੜ੍ਹ ਰਿਹਾ ਸੀ, ਉਦੋਂ ਇੱਕ ਵਾਰੀ ਹੋਇਆ ਸੀ। ਇੱਕ ਵੱਡੀ ਸਾਈਕਲ ਸ਼ਾਪ ਸੀ, ਉੱਥੇ ਮੈਂ ਗਿਆ ਸੀ। ਉਹ ਕਹਿੰਦੇ ਸਭ ਠੀਕ ਹੈ, ਤੂੰ ਦਾੜੀ ਸ਼ੇਵ ਕਰਕੇ ਪਗੜੀ ਨੂੰ ਉਤਾਰ ਕੇ ਆ ਜਾਈਂ ਅਗਲੇ ਦਿਨ। ਫਿਰ ਮੈਂ ਪੁੱਛਿਆ, ਮੈਂ ਕਿਹਾ ਸੀਰੀਅਸਲੀ? ਕਹਿੰਦਾ ਹਾਂ ਸੀਰੀਅਸਲੀ। ਮੈਂ ਕਿਹਾ ਰਹਿਣ ਦੇ ਤੂੰ, ਮੈਨੂੰ ਲੋੜ ਨਹੀਂ ਇਸ ਜੌਬ ਦੀ। ਫਿਰ ਉਸ ਤੋਂ ਬਾਅਦ ਗੁਰੂ ਦੀ ਕਿਰਪਾ ਹੋਈ, ਬੈਟਰ ਜੌਬ ਮਿਲ ਗਈ ਮੈਨੂੰ ਹੋਰ ਵੀ ਵੱਡੀ ਕੰਪਨੀ ਦੇ ਵਿੱਚ ਐਜ਼ ਅ ਪਾਰਟ ਟਾਈਮ ਸਟੂਡੈਂਟ ਜੌਬ।
ਜੀ ਪਰ ਬਾਕੀ ਮੈਨੂੰ ਉਹਨਾਂ ਬਾਰੇ ਪਤਾ ਹੈ ਹੋਰ ਵਾਕਫੀਅਤ ਦੇ ਵਿੱਚ ਹੈਗੇ ਨੇ ਜਿਨ੍ਹਾਂ ਨੂੰ ਬਹੁਤ ਤਕੜੀ ਡਿਸਕ੍ਰਿਮੀਨੇਸ਼ਨ ਹੋਈ, ਮੋਬਿੰਗ ਹੋਈ। ਇੱਕ ਸਗੋਂ ਆਪਣਾ ਸਿੰਘ ਹੈਗਾ ਗੁਰਿੰਦਰ ਸਿੰਘ ਹੀਰਾ, ਸਰਦਾਰ ਬਹਾਦਰ ਸਿੰਘ ਜੀ ਦਾ ਬੇਟਾ, ਤੇ ਉਹਨਾਂ ਦੀ ਕਾਫੀ ਤਕੜੀ ਝੜਪ ਹੋਈ ਸੀ ਹਨਾ, ਕਿ ਮੁੰਡਿਆਂ ਨੇ ਇੱਥੋਂ ਤੱਕ ਕਿ ਕੇਸ ਕੱਟਣ ਤੇ ਆ ਗਏ ਸੀਗੇ ਗੋਰੇ ਜਿਹੜੇ ਕਲਾਸਮੇਟਸ ਹੈਗੇ ਸੀਗੇ। ਪਰ ਇਸ ਤਰ੍ਹਾਂ ਦੇ ਕੇਸਿਸ ਬਹੁਤ ਰੇਅਰ ਹੁੰਦੇ ਨੇ, ਬਹੁਤ ਘੱਟ ਹੁੰਦੇ ਨੇ, ਪਰ ਇਸ ਤਰ੍ਹਾਂ ਦੇ ਕਈ ਕੇਸਿਸ ਹੈਗੇ ਨੇ, ਅੱਜ ਵੀ ਹੈਗੇ ਨੇ ਕੇਸ, ਪਰ ਉਸ ਵਾਸਤੇ ਸੰਸਥਾ ਬਣਾਈ ਗਈ ਹੈ ਉਸ ਨੂੰ ਟੈਕਲ ਕਰਨ ਵਾਸਤੇ। ਸੋ ਤੁਸੀਂ ਇਸ ਜਿਹੜੀ ਸੰਸਥਾ ਵਿੱਚ ਕੀ ਟੈਗੋ ਕਰਦੇ ਹੋ, ਕੀ ਕੀਤਾ ਗਿਆ ਇਹਦੇ ਵਿੱਚ? ਸੋ ਸਾਡੀ ਆਰਗੇਨਾਈਜੇਸ਼ਨ 2014 ਵਿੱਚ ਐਕਟਿਵ ਹੋਈ ਸੀ, 2013 ਵਿੱਚ ਰਜਿਸਟ੍ਰੇਸ਼ਨ ਹੋਈ ਸੀ ਇੱਥੋਂ ਦੀ ਸਿਟੀ ਕਾਉਂਸਲ ਦੇ ਵਿੱਚ, ਤੇ ਜੀ ਸਾਲ ਲੱਗਿਆ ਸਾਨੂੰ ਸਾਰਾ ਪ੍ਰੈਪਰੇਸ਼ਨ ਕਰਦੇ ਹੋਇਆ। ਫਰਸਟ ਡਾਕੂਮੈਂਟਰੀ ਫਿਲਮ ਜਿਹੜੀ ਸਿੱਖਾਂ ਨੇ ਜਰਮਨੀ ਵਿੱਚ ਬਣਾਈ ਸੀ ਉਹ ਤਿਆਰ ਕੀਤੀ ਸੀ, 9-10 ਮਿੰਟਾਂ ਦੀ ਹੈਗੀ ਹੈ। ਮੇਨ 2014 ਤੋਂ ਲੈ ਕੇ ਹੁਣ ਤੱਕ ਫੋਕਸ ਰਿਹਾ ਰੇਜ਼ਿੰਗ ਅਵੇਅਰਨੈਸ ਆਫ ਦ ਸਿੱਖ ਆਈਡੈਂਟੀਟੀ। ਉਹਦੇ ਜੀ ਭੜਕਾ ਆ ਜਾਂਦਾ ਹੈ, ਬੀਬੀਆਂ ਦੀ ਦਸਤਾਰ ਆਉਂਦੀ ਹੈ, ਪਗੜੀ ਆਉਂਦੀ ਹੈ, ਦੁਮਾਲਾ ਆਉਂਦਾ ਹੈ, ਗੋਲ ਕੇਸਕੀ ਆਉਂਦੀ ਹੈ, ਤੇ ਮੇਨ ਏਮ ਹੈਗਾ, ਆਬਜੈਕਟਿਵ ਹੈਗਾ ਕਿ ਜਿਹੜੇ 80 ਮਿਲੀਅਨ ਤੋਂ ਜ਼ਿਆਦਾ ਪੋਪੂਲੇਸ਼ਨ ਹੈ ਜਰਮਨੀ ਦੀ, ਉਹਨਾਂ ਨੂੰ ਪਤਾ ਚੱਲ ਜਾਏ ਕਿਸੇ ਵੀ ਸਰਦਾਰ ਨੂੰ ਦੇਖ ਕੇ ਕਿ ਇਹ ਕੌਣ ਹੈ, ਕਿੱਥੋਂ ਆਏ ਨੇ, ਇਹਨਾਂ ਦੀ ਦਸਤਾਰ ਦੇ ਥੱਲੇ ਕੀ ਹੈ। ਬੇਸਿਕਲੀ ਬਸ ਇਹੀ ਹੈ ਨਾ ਕਿ ਗੁਰੂ ਨਾਨਕ ਨਾਲ ਜੁੜੇ ਨੇ। ਸਿੱਖੀ ਹੈ, ਇਟਸ ਨਾਟ ਅ ਮਿਕਸਚਰ ਆਫ ਹਿੰਦੂਇਜ਼ਮ ਐਂਡ ਇਸਲਾਮ, ਬਲਕਿ ਇੱਕ ਵਿਲੱਖਣ ਯੂਨੀਕ ਚੀਜ਼ ਹੈਗੀ ਹੈ ਸਿੱਖੀ। ਐਂਡ ਦੈਟਸ ਦ ਮੇਨ ਏਮ ਕਿ ਪਟਕੇ ਬੰਦੇ ਹੋਏ ਬੱਚੇ ਜਿਹੜੇ ਨੇ ਉਹਨਾਂ ਬਾਰੇ ਜੇ ਉਹਨਾਂ ਨੂੰ ਕਿਸੇ ਨੇ ਦੇਖ ਲਿਆ ਤਾਂ ਉਹਨਾਂ ਨੂੰ ਪਤਾ ਹੋ ਕਿ ਸਿੱਖ ਨੇ, ਕੇਸ ਨਹੀਂ ਕੱਟਦੇ। ਦੈਟਸ ਬੇਸਿਕਲੀ ਇਟ, ਇਹ ਮੇਨ ਆਬਜੈਕਟਿਵ ਹੈ। ਪਰ 80 ਮਿਲੀਅਨ ਤੋਂ ਜ਼ਿਆਦਾ ਬੰਦੇ ਤੱਕ ਪਹੁੰਚਣਾ ਟਾਈਮ ਲੱਗ ਜਾਂਦਾ ਹੈ। ਬਿਲਕੁਲ ਲੱਗ ਜਾਂਦਾ, ਲੇਕਿਨ ਮੈਂ ਨਾਲ ਇਹ ਵੀ ਪੁੱਛਣਾ ਚਾਹਾਂਗੀ ਤੁਹਾਡੇ ਕੋਲ ਕਿ ਤੁਹਾਡੀ ਇਸ ਫਬੰਡ ਦੇ ਵਿੱਚ ਸੰਸਥਾ ਦੇ ਵਿੱਚ ਕਿੰਨੇ ਕੁ ਲੋਕ ਤੁਹਾਡੇ ਨਾਲ ਇਸ ਸਮੇਂ ਜੁੜੇ ਹੋਏ ਨੇ, ਤੁਹਾਡੇ ਆਪਣੇ ਮਤਲਬ ਕਿੰਨੇ ਕੁ ਤੁਸੀਂ ਆਪ ਹੈਗੇ ਹੋ ਜਿਹੜੇ ਕਿ ਇਸ ਸੰਸਥਾ ਨੂੰ ਅੱਗੇ ਲੈ ਕੇ ਜਾ ਰਹੇ ਹੋ, ਤੇ ਕਿੰਨੀ ਕੁ ਤੁਹਾਨੂੰ ਮਤਲਬ ਲੋਕਾਂ ਕੋਲੋਂ ਕਿੰਨਾ ਕੁ ਰਿਸਪੌਂਸ ਮਿਲ ਰਿਹਾ ਹੈ? ਹਾਂਜੀ, ਸੋ ਫਾਊਂਡਿੰਗ ਮੈਂਬਰ ਜਿਹੜੇ ਹੈਗੇ ਸੀ ਜਿਨ੍ਹਾਂ ਨੇ ਸ਼ੁਰੂ ਕੀਤਾ ਸੀ ਉਹ 3 ਜਣੇ ਸੀ। ਮਨਦੀਪ ਸਿੰਘ ਆਨੰਦ ਸੀ, ਗੁਰਪ੍ਰੀਤ ਸਿੰਘ ਗੋਪੀ ਸੀ, ਤੇ ਇੱਕ ਦਾਸ ਹੈਗਾ ਸੀ, ਤੇ ਸਾਡੇ ਜੀ ਨਾਲ 7-8 ਜਣੇ ਹੋਰ ਫਿਰ ਜੁੜੇ ਸੀ, ਕਿਉਂਕਿ ਇੱਕ ਇੰਸਟੀਟਿਊਸ਼ਨ ਜੇ ਫਾਊਂਡ ਕਰਨੀ ਹੋਏ ਤਾਂ ਫਿਰ ਉਹਦੇ ਵਿੱਚ ਥੋੜੇ ਹੋਰ ਮੈਂਬਰ ਚਾਹੀਦੇ ਹੁੰਦੇ ਨੇ। ਸਾਰੇ ਇੱਥੋਂ ਦੇ ਜੰਪਲ ਨੇ ਸਾਰੇ, ਕਿਉਂਕਿ ਇੱਥੇ ਲੋੜ ਮਹਿਸੂਸ ਹੋਈ ਕਿ ਇਸ ਤਰ੍ਹਾਂ ਦਾ ਕੁਝ ਚਾਹੀਦਾ ਹੈ ਫਿਊਚਰ ਵਾਸਤੇ ਵੀ, ਤਾਂ ਕਿ ਅਸੀਂ ਆਨਲਾਈਨ ਇੰਟਰਨੈਟ ਨੂੰ ਯੂਜ਼ ਕਰਕੇ ਅਵੇਅਰਨੈਸ ਦਿਲਾਈਏ। ਉਸ ਤੋਂ ਬਾਅਦ ਫਿਰ ਅਸੀਂ ਗੁਰਦੁਆਰਾ ਸਾਹਿਬ ਜਿਹੜੇ ਹੈਗੇ ਨੇ ਜਰਮਨੀ ਦੇ 2014 ਤੋਂ ਲੈ ਕੇ 2016-17 ਤੱਕ ਅਸੀਂ ਟੂਰ ਕੀਤੀ ਪੂਰੀ ਜਰਮਨੀ ਦੇ ਵਿੱਚ। ਹਰ ਇੱਕ ਸ਼ਹਿਰ ਦੇ ਜਿੰਨੇ ਵੀ ਗੁਰਦੁਆਰੇ ਨੇ ਉੱਥੇ ਜਾ ਕੇ ਸੰਗਤ ਦੇ ਸਾਹਮਣੇ ਪ੍ਰੈਜੈਂਟੇਸ਼ਨ ਰੱਖੀ ਕਿ ਸਿੱਖ ਪੰਥ ਦੀ ਹਿਸਟਰੀ ਕੀ ਹੈ, ਬਣਾਉਣ ਵਾਲੇ ਕਿਉਂ, ਕੌਣ ਨੇ, ਕਿਉਂ ਬਣਿਆ, ਪ੍ਰੋਜੈਕਟ ਕੀ ਹੈਗੇ ਨੇ, ਫਾਈਨੈਂਸ ਕਿਸ ਤਰ੍ਹਾਂ ਹੋ ਰਿਹਾ, ਸਾਰਾ ਕੁਝ। ਤੇ ਉਹ ਕਰਕੇ ਫਿਰ ਉੱਥੋਂ ਮੈਂਬਰ ਅਪੀਲ ਕੀਤੀ ਸੰਗਤ ਨੂੰ ਕਿ ਤੁਸੀਂ ਮੈਂਬਰ ਬਣੋ, ਤਾਂ ਜਾ ਕੇ ਪੋਲੀਟੀਸ਼ੀਅਨਸ ਨਾਲ ਜਦੋਂ ਗੱਲ ਕਰਾਂਗੇ ਤੇ ਗੱਲ ਦੇ ਵਿੱਚ ਵਜ਼ਨ ਤਾਂ ਹੀ ਆਣਾ ਜੇ ਸ਼ਕਤੀ ਇਕੱਠੀ ਹੋਏਗੀ। ਬਿਲਕੁਲ, ਜੇ ਬੈਕਗ੍ਰਾਉਂਡ ਸਿੱਧੀ ਹੋਏਗੀ ਤਾਂ ਆਪਾਂ ਜੇ ਮੈਨ ਪਾਵਰ ਹੋਏਗੀ ਤਾਂ ਹੀ ਸੁਣਨਗੇ, ਨਹੀਂ ਤਾਂ ਨਹੀਂ। ਹੂੰ ਕਰਦੇ ਕਰਦੇ 30-35 ਗੁਰਦੁਆਰਿਆਂ ਵਿੱਚ ਗਏ ਹਾਂ। ਜੀ ਥੋੜੇ ਗੁਰਦੁਆਰੇ ਰਹਿੰਦੇ ਨੇ, ਪਰ ਉਹ ਚਲੋ ਸੰਡੇਜ਼ ਨੂੰ ਹੀ ਟਾਈਮ ਹੁੰਦਾ ਸੀ, ਵੀਕਐਂਡ ਤੇ, ਕਿਉਂਕਿ ਮੰਡੇ ਟੂ ਫਰਾਈਡੇ ਯੂਨੀਵਰਸਿਟੀ ਹੁੰਦੇ ਸੀ ਜਾਂ ਸਕੂਲਾਂ ਵਿੱਚ, ਜਾਂ ਕਈ ਜਿਹੜੇ ਜੌਬਸ ਵਿੱਚ ਹੁੰਦੇ ਸੀ ਉਸ ਵੇਲੇ। ਤੇ ਏਦਾਂ ਕਰਦੇ ਕਰਦੇ ਹੁਣ ਤਕਰੀਬਨ ਸ਼ਾਇਦ ਲਗਭਗ 1000 ਮੈਂਬਰ ਹੋਣਗੇ। ਪਰ ਚਲੋ ਸਿੱਖ ਜਿਹੜੇ ਨੇ ਜਰਮਨੀ ਦੇ ਵਿੱਚ ਤਕਰੀਬਨ 30-35 ਹਜ਼ਾਰ ਨੇ, ਸੋ ਜੀ ਰੇਸ਼ੀਓ ਦੇਖੀਏ ਤਾਂ ਬਹੁਤ ਘੱਟ ਹੈਗਾ ਉਸ ਮੁਤਾਬਕ। ਜੀ ਬਿਲਕੁਲ, ਅਸੀਂ ਜਿਵੇਂ ਪਹਿਲੇ ਇੱਥੇ ਗੱਲ ਕਰ ਚੁੱਕੇ ਹਾਂ ਕਿ ਜੇ ਆਪਾਂ ਇੰਗਲੈਂਡ ਤੇ ਕੈਨੇਡਾ ਅਮਰੀਕਾ ਦੀ ਤੱਕ ਦੇਖੀਏ ਤਾਂ ਉੱਥੇ ਲੱਖਾਂ ਦੀ ਤਾਦਾਦ ਨਾਲ ਸਿੱਖ ਰਹਿੰਦੇ ਨੇ। ਸੋ ਜੇ ਕੰਪੇਅਰ ਟੂ ਜਰਮਨੀ, ਸੋ ਉੱਥੇ ਸਾਨੂੰ ਫਿਰ ਠੀਕ ਹੈ ਥੋੜਾ ਸਮਾਂ ਪਹਿਲੀਆਂ ਸਮੇਂ 'ਚ ਜਦੋਂ ਆਪਾਂ 1950 ਦੇ ਵਿੱਚ ਆਪਾਂ ਇੱਥੇ ਜਿਹੜੇ ਇੰਗਲੈਂਡ ਵਿੱਚ ਲੋਕ ਆਏ ਸਨ ਉਹਨਾਂ ਨੂੰ ਵੀ ਕਾਫੀ ਮਿਹਨਤ ਮੁਸ਼ੱਕਤ ਕਰਨੀ ਪਈ, ਆਪਣੀ ਆਈਡੈਂਟਿਟੀ ਲੋਕਾਂ ਦੇ ਸਾਹਮਣੇ ਰੱਖਣੀ ਪਈ। ਅੱਜ ਦੇ ਸਮੇਂ 'ਚ ਇੱਥੇ ਜੱਜ ਵੀ ਹੈਗੇ ਨੇ, ਪਾਇਲਟ ਵੀ ਹੈਗੇ ਨੇ, ਤੇ ਸਾਨੂੰ ਦਸਤਾਰ ਤੇ ਵੀ ਕੋਈ ਪਾਬੰਦੀ ਨਹੀਂ, ਤੇ ਕਿਸੇ ਚੀਜ਼ ਤੇ ਕੋਈ ਚਿੰਨ੍ਹਾਂ ਤੇ ਵੀ ਸਾਡੇ ਕੋਈ ਕਿੰਤੂ ਪਰੰਤੂ ਨਹੀਂ ਕਰਦਾ, ਕਿਉਂਕਿ ਕਾਫੀ ਅਵੇਅਰਨੈਸ ਹੋ ਚੁੱਕੀ ਹੈ। ਸੋ ਜੇ ਆਪਾਂ ਜਰਮਨ ਦੀ ਗੱਲ ਕਰੀਏ ਤਾਂ ਜਰਮਨ ਦੇ ਵਿੱਚ ਇਹ ਚੀਜ਼ਾਂ ਨਹੀਂ ਹੈਗੀਆਂ ਜਿੱਦਾਂ
ਕਈ ਉੱਥੇ ਸਿੱਖ ਰਹਿੰਦੇ ਸਨ ਜਿਨ੍ਹਾਂ ਦੇ ਨਾਲ ਸੰਪਰਕ ਹੋਇਆ, ਦੱਸਦੇ ਸਨ ਕਿ ਅੱਜ ਤੋਂ ਜਿਹੜਾ ਕਿ 25 ਸਾਲ ਜਾਂ 35 ਸਾਲ ਪਹਿਲੇ ਜਿਹੜੇ ਸਿੱਖ ਉੱਥੇ ਗਏ ਸਨ, ਉਹਨਾਂ ਦੇ ਨਾਲ ਵੀ ਕਾਫੀ ਦਿੱਕਤਾਂ ਉਸ ਸਮੇਂ ਵੀ 1980 ਦੀਆਂ 1975 ਦੀਆਂ ਗੱਲਾਂ ਵੀ ਜੇ ਆਪਣੀ ਤੁਹਾਨੂੰ ਦੱਸੀ ਤਾਂ ਉੱਥੇ ਵੀ ਸਿੱਖਾਂ ਦੇ ਨਾਲ ਇਹੋ ਜਿਹਾ ਕੁਝ ਹੁੰਦਾ ਸੀ ਤੇ ਕੋਈ ਸਿੱਖ ਵਿੱਚ ਵਿਚਾਰੇ ਬੇਬਸ ਹੋ ਕੇ ਆਪਣੀ ਸਿੱਖੀ ਤਿਆਗ ਦਿੰਦੇ ਸਨ ਤੇ ਕਈ ਜਿਹੜੇ ਹੁੰਦੇ ਸਨ ਗੁਰੂ ਦੇ ਸਨਮੁਖ ਰਹਿਣ ਵਾਲੇ ਉਹ ਕਹਿੰਦੇ ਸਨ ਨਹੀਂ ਸਿਰ ਜਾਵੇ ਤੇ ਜਾਵੇ, ਮੇਰਾ ਸਿੱਖੀ ਸਿਦਕ 2 ਪੈਸਿਆਂ ਕਰਕੇ ਜਾਂ ਕਿਸੇ ਵੀ ਮੁਕਾਮ ਨੂੰ ਹਾਸਲ ਕਰਨ ਵਾਸਤੇ ਮੇਰੀ ਸਿੱਖੀ ਤੋਂ ਵੱਧ ਕੁਝ ਨਹੀਂ ਹੈਗਾ। ਸੋ ਇਹੋ ਜਿਹੇ ਸਿੱਖ ਵੀ ਸਨ ਤੇ ਕਈ ਬੱਚਿਆਂ ਨੂੰ ਉੱਥੇ ਸਕੂਲਾਂ 'ਚ ਪ੍ਰੋਬਲਮ ਆਉਂਦੀਆਂ ਸਨ, ਪਰ ਜਿਹੜੀ ਅਨਫੋਰਚੂਨੇਟਲੀ ਜਿਹੜੀ ਸਾਡੀ ਕਮਿਊਨੀਕੇਸ਼ਨ ਸੀ ਉਸ ਸਮੇਂ ਵਿੱਚ ਜ਼ੁਬਾਨ ਦੀ, ਉਹ ਕਿਤੇ ਨਾ ਕਿਤੇ ਅਸੀਂ ਪਿੱਛੇ ਰਹਿਣ ਕਰਕੇ ਉਹਨਾਂ ਨੂੰ ਪੂਰੀ ਤਰ੍ਹਾਂ ਸਮਝਾਉਣਾ ਨਹੀਂ ਕੀਤਾ। ਪਰ ਹਰ ਸਦੀ ਦੇ ਵਿੱਚ ਦੇਖਿਆ ਗਿਆ ਕਿ ਕੋਈ ਨਾ ਕੋਈ ਗੁਰੂ ਦਾ ਪਿਆਰਾ, ਗੁਰੂ ਨੂੰ ਜਿਹੜਾ ਪਿਆਰ ਕਰਨ ਵਾਲਾ ਹੈ, ਉਹ ਇਹੀ ਚਾਹੁੰਦਾ ਕਿ ਮੇਰੀ ਸਿੱਖੀ ਬੁਲੰਦ ਹੋ ਜਾਵੇ, ਸਾਰਿਆਂ ਨੂੰ ਅਵੇਅਰਨੈਸ ਮਿਲ ਜਾਵੇ, ਇਹਦੇ ਬਾਰੇ ਜਾਣਕਾਰੀ ਹੋ ਜਾਵੇ। ਹਰ ਇੱਕ ਇਨਸਾਨ ਨੇ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਜਿੰਨਾ ਇੱਕ ਚਿੜੀ ਜਿੰਨਾ ਵੀ ਜਿਹੜਾ ਕਿ ਜਿੱਥੇ ਕਹਿੰਦੇ ਅੱਗ ਲੱਗੀ ਸੀ ਸਾਰੇ ਪਾਣੀ ਪਾ ਰਹੇ ਸੀ, ਚਿੜੀ ਦਾ ਕੰਮ ਕੋਈ ਨਾ ਕੋਈ ਸਿੱਖ ਕਿਤੇ ਨਾ ਕਿਤੇ ਆਪਣਾ ਯੋਗਦਾਨ ਪਾ ਕੇ ਕਰਕੇ ਜਾਂਦਾ ਹੈਗਾ। ਸੋ ਜਿਵੇਂ ਦਮਨਦੀਪ ਸਿੰਘ ਜੀ ਨੇ ਵੀ ਉੱਥੇ ਇਹ ਉਪਰਾਲਾ ਕੀਤਾ ਤੇ ਮੈਂ ਤਾਂ ਪੁੱਛਾਂਗੀ ਕਿ ਤੁਸੀਂ ਇਹੋ ਜਿਹਾ ਜਰਮਨੀ ਦੇ ਵਿੱਚ ਅੱਜ ਦੇ ਸਮੇਂ ਵਿੱਚ ਹੈਗਾ ਕਿ ਉਹਦੇ ਬਾਰੇ ਤੁਸੀਂ ਦੱਸੋ ਕਿ ਜਿਹੜਾ ਰੇਲਵੇ ਸਟੇਸ਼ਨ ਹੈ ਮੇਨ ਫਰੈਂਕਫਰਟ ਰੇਲਵੇ ਸਟੇਸ਼ਨ ਤੇ, ਕੀ ਇਹ ਤੁਸੀਂ ਪਹਿਲੀ ਵਾਰੀ ਉੱਥੇ ਡਿਸਪਲੇ ਕੀਤਾ ਹੈਗਾ? ਇਹਦੇ ਬਾਰੇ ਥੋੜਾ ਚਾਨਣਾ ਪਾਓ। ਹਾਂਜੀ, ਡਿਸਪਲੇ ਦਾ ਜਿਹੜਾ ਕੈਂਪੇਨ ਹੈਗਾ ਏਦਾਂ ਸ਼ੁਰੂ ਹੋਇਆ ਗੁਰੂ ਨਾਨਕ ਦੇਵ ਜੀ ਦਾ 550ਵਾਂ ਗੁਰਪੁਰਬ ਜਦੋਂ ਮਨਾਇਆ ਗਿਆ ਸੀ, ਉਸ ਤੋਂ ਕੁਝ ਮਹੀਨੇ ਪਹਿਲਾਂ ਹੀ ਸਾਡੀ ਤਿਆਰੀ ਹੋ ਰਹੀ ਸੀ ਉਸ ਨੂੰ ਮਨਾਉਣ ਲਈ ਨੈਸ਼ਨਲ ਲੈਵਲ ਤੇ, ਕਿ ਗੁਰੂ ਨਾਨਕ 550 ਮਨਾਉਣਾ ਇੱਕ ਹੈਸ਼ਟੈਗ ਦੇ ਤੌਰ ਤੇ, ਕਿ ਜਰਮਨੀ 'ਚ ਲੋਕਾਂ ਨੂੰ ਇਹਦੇ ਬਾਰੇ ਦੱਸਣਾ। ਤੇ ਉਦੋਂ ਫਿਰ ਫੋਟੋ ਸ਼ੂਟਿੰਗ ਹੋਈ, ਸਿੱਖਾਂ ਨੂੰ ਚੁਣਿਆ ਪਟਕਾ ਵਾਲੇ ਡਿਫਰੈਂਟ ਦਸਤਾਰਾਂ, ਖੁੱਲੇ ਦਾੜੇ ਨਾਲ, ਜਿਹੜੇ ਕਈ ਬੰਦ ਵੀ ਕਰਦੇ ਨੇ ਬੰਦੇ ਨੇ ਦਾੜੀ ਨੂੰ, ਤੇ ਬੀਬੀਆਂ ਫੋਟੋ ਸ਼ੂਟਿੰਗ ਪ੍ਰੋਫੈਸ਼ਨਲ ਕਰਵਾਈ ਤਾਂ ਕਿ ਜਿਹੜੇ ਵੱਡੇ ਬੋਰਡ ਲੱਗੇ ਹੁੰਦੇ ਨੇ ਬਾਹਰ ਜੀ ਹਨਾ, ਬਹੁਤ ਵੱਡੇ ਬਿਲ ਬੋਰਡਸ ਜਿਹਨੂੰ ਕਹਿੰਦੇ ਆ ਇੰਗਲਿਸ਼ ਵਿੱਚ, ਉਹਨਾਂ ਤੇ ਕਦੀ ਦੇਖਿਆ ਨਹੀਂ ਅਸੀਂ ਕਿ ਸਿੱਖਾਂ ਦੀ ਵੀ ਕੋਈ ਫੋਟੋ ਲੱਗੀ ਹੋਵੇ। ਕਿਉਂਕਿ ਜੇ ਅਸੀਂ 83 ਮਿਲੀਅਨ ਤਕਰੀਬਨ ਜਰਮਨ ਪੋਪੂਲੇਸ਼ਨ ਹੈਗੀ, 83 ਮਿਲੀਅਨ ਤੱਕ ਪਹੁੰਚਣਾ ਤਾਂ ਸਾਨੂੰ ਬਹੁਤ ਐਫੀਸ਼ੀਐਂਟ ਤੌਰ ਤੇ ਪ੍ਰੋਜੈਕਟ ਬਣਾਉਣੇ ਪੈਣੇ ਨੇ ਜਿਹੜੇ ਲੈਵਰੇਜ ਹੋਣ ਅੱਗੋਂ ਨਾ ਮਲਟੀਪਲਾਈ ਹੋਣ। ਜੀ ਘਰ ਘਰ ਜਾ ਕੇ ਨਹੀਂ ਹੋ ਸਕਦਾ, ਉਹ ਇੰਟਰਨੈਟ ਨੂੰ ਤੇ ਇਹਨਾਂ ਪ੍ਰੋਜੈਕਟਸ ਨੂੰ ਵਰਤ ਕੇ ਹੀ ਹੋ ਸਕਦਾ। ਤੇ ਉਹ ਫਿਰ ਉਦੋਂ ਸ਼ੁਰੂ ਕਰਨਾ ਚਾਹੇ ਸੀ ਅਸੀਂ ਨਵੰਬਰ ਵਿੱਚ, ਪਰ ਕਰੋਨਾ ਦੇ ਕਰਕੇ ਨਾ ਲੋਕਡਾਊਨ ਵੀ ਸੀ ਉਹਨਾਂ 2020 ਦੇ ਵਿੱਚ ਕਾਫੀ ਤਕੜਾ ਤੇ 21 ਦੇ ਵਿੱਚ, ਜਿਸ ਕਿ ਫਿਰ ਉਹ ਥੋੜਾ ਪੋਸਟਪੋਨ ਹੋਇਆ। ਪਰ ਫਿਰ ਵੀ ਨਵੰਬਰ 2020 ਦੇ ਵਿੱਚ ਇੱਕ ਪਹਿਲਾ ਪੋਸਟਰ ਲੱਗਿਆ ਸੀ ਤੇ ਥੋੜੀ ਰਿਸਰਚ ਕੀਤੀ ਤੇ ਉਹਦੇ ਵਿੱਚ ਇਹ ਹੁੰਦਾ ਸੀਗਾ ਕਿ ਜਿੱਥੇ ਵੀ ਤੁਸੀਂ ਉਹ ਪੋਸਟਰ ਲਗਾਓ 10-11 ਦਿਨਾਂ ਦਾ ਟਾਈਮ ਹੁੰਦਾ ਤੇ ਉਹਦੇ ਵਿੱਚ ਕਿੰਨੀ ਪੋਪੂਲੇਸ਼ਨ, ਕਿੰਨੀ ਜਨਤਾ ਲੰਘਦੀ ਹੈ ਉੱਥੋਂ ਗੱਡੀ ਦੇ ਨਾਲ ਜਾਂ ਪੈਦਲ ਟੁਰ ਕੇ ਵੀ, ਉਹ ਲਿਸਟਡ ਹੁੰਦਾ ਹੈ ਜੀ। 10 ਦਿਨਾਂ ਦੇ ਵਿੱਚ 11,000 ਜਾਂ 10 ਦਿਨਾਂ ਵਿੱਚ 2 ਲੱਖ ਬੰਦਾ ਦੇਖ ਸਕਦਾ ਇਸ ਚੀਜ਼ ਨੂੰ, ਜਦੋਂ ਉਹਦੀ ਨਜ਼ਰ ਜਾਏ ਇਸ ਗੱਲ ਤੇ। ਸੋ ਉਦੋਂ ਫਿਰ ਪਲਾਨ ਬਣਿਆ ਸੀਗਾ ਤੇ ਕਿ ਵੱਖੋ ਵੱਖਰੇ ਮੇਨ ਸ਼ਹਿਰਾਂ ਦੇ ਵਿੱਚ ਨਾ ਜਿੱਥੇ ਸਿੱਖ ਰਹਿੰਦੇ ਨੇ ਉੱਥੇ ਹਰ ਹਾਲਤ ਦੇ ਵਿੱਚ ਸਾਨੂੰ ਹੌਟ ਸਪੌਟਸ ਤੇ ਲਗਾਉਣਾ ਚਾਹੀਦਾ ਜੀ। ਸੋ ਡਿਜ਼ਾਈਨ ਤਿਆਰ ਹੋਏ, 7-8 ਵੱਖੋ ਵੱਖਰੇ ਤਰ੍ਹਾਂ ਦੇ ਪੋਸਟਰ ਤਿਆਰ ਨੇ ਜੀ, ਜੋ ਹੁਣ 2 ਲੱਗੇ ਨੇ, ਇੱਕ ਲੱਗਾ ਸੀ ਉਦੋਂ ਨਵੰਬਰ 2020 ਦੇ ਵਿੱਚ। ਤੇ ਹੁਣ ਖਾਸ ਕਰਕੇ ਫਰੈਂਕਫੁਰਟ ਤੋਂ ਸਾਨੂੰ ਫੋਨਸ ਆਉਂਦੇ ਸੀ ਸੰਗਤ ਦੇ ਕਿ ਜਿਨ੍ਹਾਂ ਦੇ ਬੱਚੇ ਪਟਕਾ ਬੰਨ ਕੇ ਸਕੂਲਸ ਜਾਂਦੇ ਨੇ, ਉਹਨਾਂ ਨੂੰ ਪ੍ਰੋਬਲਮ ਪੈਂਦੀ ਹੈ ਜੀ। ਤੇ ਉਹਦੇ ਵਿੱਚ ਵੀ ਜੇ ਅਸੀਂ ਐਨਾਲਾਈਜ਼ ਕਰੀਏ ਤਾਂ ਦੇਖੀਏ ਤਾਂ 2 ਪਰਸਪੈਕਟਿਵ ਹੁੰਦੇ ਨੇ ਹਮੇਸ਼ਾ। ਇੱਕ ਤਾਂ ਜਿਹੜੇ ਬਾਹਰੋਂ ਹੱਸਦੇ ਨੇ ਜਾਂ ਮੌਬਿੰਗ ਕਰਦੇ ਨੇ, ਉਹਦਾ ਕਾਰਨ ਕੀ ਹੈ, ਤੇ ਦੂਸਰੀ ਗੱਲ ਅਸੀਂ ਕਿੱਥੇ ਥੋੜਾ ਢਿੱਲ ਸਾਡੇ ਵੱਲ ਹੋਈ ਹੈ, ਪਰ ਉਸ ਤੇ ਸ਼ਾਇਦ ਬਾਅਦ ਵਿੱਚ ਆਵਾਂਗੇ ਉਸ ਪੁਆਇੰਟ। ਐਨੀਵੇਜ਼ ਫਿਰ ਹੁਣ ਫਰੈਂਕਫੁਰਟ ਦਾ ਫਿਰ ਅਸੀਂ ਦੇਖਿਆ ਕਿ ਫਰੈਂਕਫੁਰਟ ਕਾਫੀ ਜ਼ਰੂਰੀ ਹੈ ਉੱਥੇ ਕੁਝ ਕਰਨਾ, ਤੇ ਸ਼ਟੁੱਟਗਾਰਟ, ਬਾਦਨ-württemberg ਥੋੜਾ ਸਾਊਥ ਵਾਲੇ ਪਾਸੇ ਉੱਥੇ ਵੀ ਕਾਫੀ ਜ਼ਰੂਰੀ ਹੈ, ਤੇ ਈਸਟਰਨ ਸਾਈਡ ਤੇ ਵੀ ਜ਼ਰੂਰੀ ਲੱਗ ਰਿਹਾ। ਸੋ ਉੱਥੇ ਹੁਣ ਫਰੈਂਕਫੁਰਟ ਲਗਾਇਆ ਮੇਨ ਸਟੇਸ਼ਨ ਤੇ, ਜਿਹਦੇ ਵਿੱਚ ਕਿ 10 ਦਿਨਾਂ ਦੇ ਵਿੱਚ ਤਕਰੀਬਨ 9.5 ਲੱਖ
ਬੰਦੇ ਉਸ ਉਹਨਾਂ ਦੀ ਨਜ਼ਰ ਉਸ ਪੋਸਟਰ ਦੇ ਉੱਤੇ ਤੇ ਜਾਏਗੀ, ਉਸ ਤਰ੍ਹਾਂ ਪਲਾਕੇਟ ਤੇ ਜਾਏਗੀ। ਐਗਜ਼ੈਕਟਲੀ ਤਕਰੀਬਨ 1 ਮਿਲੀਅਨ ਲੈ ਲਓ। ਰੇਸ਼ੀਓ ਦੇਖੀ ਪੋਪੂਲੇਸ਼ਨ ਜਰਮਨੀ ਦੇ 83 ਮਿਲੀਅਨ ਹੈ ਤਕਰੀਬਨ, ਤਾਂ 82 ਟਾਈਮਸ ਇਹਨੂੰ ਕਰਨਾ ਪੈਣਾ, 83 ਟਾਈਮਸ ਐਵਰੇਜ ਕਰਨਾ ਪੈਣਾ। ਮਤਲਬ ਕਿ ਉੱਥੇ ਜਿਹੜੇ ਸਾਡੇ ਸਿੱਖ ਭਾਈਚਾਰਾ ਵੀ ਹੈਗੇ ਨੇ, ਆਪਾਂ ਉਹਨਾਂ ਨੂੰ ਵੀ ਅਪੀਲ ਕਰਦੇ ਕਿ ਜਿਹੜੇ ਕਿ ਨੇੜੇ ਤੇੜੇ ਫਰੈਂਕਫੁਰਟ ਤੇ ਰਹਿੰਦੇ ਨੇ, ਤੁਸੀਂ ਵੀ ਜਾਓ, ਆਪਣੇ ਨੇਬਰਸ ਨੂੰ ਵੀ ਕਿਸੇ ਆਨੇ ਬਹਾਨੇ ਤੇ ਸਟੇਸ਼ਨ ਵੱਲ ਲੈ ਕੇ ਚਲੇ ਜਾਓ। ਸੋ ਉਹਨਾਂ ਨੂੰ ਇਹ ਚੀਜ਼ ਜ਼ਰੂਰੀ ਦਿਖਾਣੀ ਹੁੰਦੀ ਹੈ ਕਿ ਦੇਖੋ ਸਿੱਖ ਹੈਗੇ, ਤੇ ਇਹਦੇ ਨਾਲ ਫਿਰ ਸਿੱਖੀ ਦਾ ਪ੍ਰਚਾਰ ਵੀ ਹੋ ਜਾਂਦਾ ਹੈ। ਤੇ ਮੈਂ ਤੁਹਾਨੂੰ ਇੱਕ ਗੱਲ ਹੋਰ ਪੁੱਛਾਂਗੀ ਕਿ ਵੱਡੇ ਸ਼ਹਿਰਾਂ ਦੇ ਵਿੱਚ ਅਸੀਂ ਤਾਂ ਚਲੋ ਕਰ ਦਿੱਤਾ, ਪਰ ਜਿਹੜੇ ਛੋਟੇ ਸ਼ਹਿਰ ਨੇ, ਛੋਟੇ ਪਿੰਡ ਨੇ, ਪਿੰਡਾਂ ਤੱਕ ਆਵਾਜ਼ ਕਿਵੇਂ ਪਹੁੰਚੇਗੀ? ਉਹਦੇ ਵਾਸਤੇ ਕੁਝ ਆਪ ਜੀ ਨੇ ਸੋਚਿਆ? ਹਾਂਜੀ, ਉਹ ਹੁਣੀ ਫੋਨ ਆਇਆ ਤਕਰੀਬਨ, ਇਹ ਜੋ ਪੋਸਟਰ ਲੱਗਾ ਫਰੈਂਕਫੁਰਟ ਮੇਨ ਸਟੇਸ਼ਨ, ਇਹਨੂੰ ਦੇਖ ਕੇ ਵੀ ਫੋਨ ਆਇਆ ਸਾਨੂੰ ਇੱਕ ਇਲਾਕੇ ਤੋਂ, ਜਿਹੜਾ ਇੱਕ ਬਹੁਤ ਹੀ ਛੋਟਾ ਸ਼ਹਿਰ ਹੈ ਜਿੱਥੇ ਕੋਈ ਸਿੱਖ ਹੈ ਹੀ ਨਹੀਂ ਹੈ, ਉਹ ਇੱਕੋ ਹੀ ਫੈਮਿਲੀ ਹੈ। ਤੇ ਉਹਨਾਂ ਨੇ ਫੋਨ ਕੀਤਾ, ਉਹਨਾਂ ਨੂੰ ਅਸੀਂ ਬੇਨਤੀ ਕੀਤੀ ਕਿ ਤੁਸੀਂ, ਉਹਨਾਂ ਦੇ ਬੱਚੇ ਨੂੰ ਸਗੋਂ ਪ੍ਰੋਬਲਮ ਪੈ ਰਹੀ ਹੈ ਸਕੂਲ ਦੇ ਵਿੱਚ, ਸੋ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਉੱਥੇ ਗੱਲ ਕਰੋ, ਅਸੀਂ ਆਉਣ ਨੂੰ ਤਿਆਰ ਹਾਂ। ਤੇ ਅਸੀਂ ਸਕੂਲਸ ਦੇ ਵਿੱਚ ਜਾ ਕੇ ਨਾ, ਜਿੱਥੇ ਖਾਸ ਕਰਕੇ ਛੋਟੇ ਸ਼ਹਿਰ ਨੇ ਜੀ, ਤਕਰੀਬਨ ਮੇਰੇ ਖਿਆਲ ਨਾਲ 2016 ਤੋਂ ਜਾ ਰਹੇ ਹਾਂ ਇਲਾਕਿਆਂ ਵਿੱਚ ਜਿੱਥੇ ਸਿੱਖ ਹੈ ਨਹੀਂ ਜ਼ਿਆਦਾ, ਕਿਉਂਕਿ ਵੱਡੇ ਸ਼ਹਿਰਾਂ ਵਿੱਚ ਗੁਰਦੁਆਰੇ ਜਿੱਥੇ ਹੁੰਦੇ ਨੇ ਐਸਟੈਬਲਿਸ਼ਡ, ਉੱਥੇ ਲੋਕਾਂ ਨੂੰ ਆਮ ਤੌਰ ਤੇ ਪਤਾ ਵੀ ਹੁੰਦਾ ਹੈ ਥੋੜਾ ਬਹੁਤਾ, ਜੀ ਬਿਲਕੁਲ, ਪਰ ਉਹਨਾਂ ਦੇ ਵਿੱਚ ਨਹੀਂ। ਸੋ ਉੱਥੇ ਜਾ ਕੇ ਅਸੀਂ ਸਕੂਲਸ ਦੇ ਵਿੱਚ ਜਾ ਕੇ ਪ੍ਰੈਜੈਂਟੇਸ਼ਨ ਕਰਦੇ ਹਾਂ, ਉੱਥੇ ਬੱਚਿਆਂ ਨੂੰ ਐਕਸਪਲਿਸਿਟਲੀ ਉਹਨਾਂ ਦੇ ਬੱਚਿਆਂ ਦੀ ਸਗੋਂ ਦਸਤਾਰਾਂ ਬੰਨਦੇ ਆ, ਕਲਾਸ ਟੀਚਰਸ ਦੀਆਂ ਦਸਤਾਰਾਂ ਬੰਨਦੇ ਆ ਜੀ। ਉਹ ਇੱਕ ਐਸੇ ਮਾਹੌਲ ਦੇ ਵਿੱਚ, ਹਾਸੇ ਖੇਡੇ ਦੇ ਵਿੱਚ, ਨਾਲੇ ਲੋਕਾਂ ਨੂੰ ਵੀ ਇਹ ਭਰੋਸਾ ਹੁੰਦਾ ਕਿ ਇਹ ਕਨਵਰਟ ਨਹੀਂ ਕਰਨ ਆਏ ਨੇ, ਕਿਸੇ ਨੂੰ ਸਿੱਖ ਦਾ ਆਬਜੈਕਟਿਵ ਹੈ ਹੀ ਨਹੀਂ ਕਨਵਰਜਨ ਦਾ, ਸਾਡੇ ਵਿੱਚ ਕਨਸੈਪਟ ਹੀ ਨਹੀਂ ਹੈ ਸਿੱਖੀ ਦੇ ਵਿੱਚ ਨਾ, ਬਿਲਕੁਲ ਜੀ। ਉਹ ਪਸੰਦ ਨੇ, ਤੇ ਹਾਸੇ ਮਜ਼ਾਕ ਦੇ ਵਿੱਚ ਹੀ ਜਿਹੜੇ ਦੁਸ਼ਮਣ ਹੁੰਦੇ ਨੇ ਨਾ, ਉਹਨਾਂ ਨੂੰ ਦੋਸਤ ਬਣ ਜਾਂਦੇ ਨੇ ਕਿਸੇ ਨਾਲ, ਕਹਿ ਲਓ। ਸੋ ਉੱਥੇ ਸਾਡਾ ਫੋਕਸ ਨਾ ਸਕੂਲਸ ਦੇ ਵਿੱਚ ਜਾਣ ਦਾ, ਤੇ ਅਸੀਂ ਓਪਨ ਹੈਗੇ ਜਿਹੜੇ ਕੰਪਨੀਆਂ ਹੈਗੀਆਂ ਨੇ ਉੱਥੇ ਵੀ ਜਾ ਕੇ ਪ੍ਰੈਜੈਂਟੇਸ਼ਨ ਦੇਣ ਦਾ। ਸਗੋਂ ਸਾਡੀ ਆਪਣੀ ਕੰਪਨੀ ਜਿਨ੍ਹਾਂ ਵਿੱਚ ਅਸੀਂ ਕੰਮ ਕਰਦੇ ਹਾਂ, ਉੱਥੇ ਵੀ ਅਸੀਂ ਪ੍ਰੈਜੈਂਟੇਸ਼ਨ ਕਰਦੇ ਹਾਂ, ਤੇ ਜਿਹੜੀ ਡਾਕੂਮੈਂਟਰੀ ਫਿਲਮ 9 ਮਿੰਟਾਂ ਦੀ ਬਣੀ ਹੈ ਉਹ ਵੀ ਦਿਖਾਉਂਦੇ ਹਾਂ। ਸੋ ਬਿਲਕੁਲ ਬਹੁਤ ਵਧੀਆ ਉਪਰਾਲਾ ਹੈ, ਕਿਉਂਕਿ ਜਦੋਂ ਮੇਰੇ ਕੋਲ ਤੁਹਾਡੀ ਆ ਵੀਡੀਓ ਪਹੁੰਚੀ ਸੀ ਤੇ ਮੈਂ ਦੇਖ ਕੇ ਬਾਕੀ ਕੇ ਬਹੁਤ ਜ਼ਿਆਦਾ ਖੁਸ਼ ਹੋਈ, ਐਕਸਾਈਟਮੈਂਟ ਹੋਈ ਕਿ ਚਲੋ, ਕਿਉਂਕਿ ਅਸੀਂ ਵੀ ਕਿਤੇ ਨਾ ਕਿਤੇ ਜਰਮਨ ਤੋਂ ਹੀ ਆਏ ਹਾਂ, ਤੇ ਜਰਮਨ ਨੇ 1999 ਦੇ ਵਿੱਚ ਜਦੋਂ ਵਿਸਾਖੀ ਸੀ, ਜ਼ਰੂਰੀ ਦੱਸਣਾ ਹੈ ਹੁੰਦਾ ਹੈ ਕਿ 1999 ਦੀ ਜਦੋਂ ਵਿਸਾਖੀ ਸੀ, 300 ਸਾਲਾ ਸੀ, ਉਸ ਦਿਨ ਜਿਹੜੇ ਜਰਮਨ ਦਾ ਸਾਈਟਿੰਗ ਹੈਗਾ, ਉਹ ਆ ਕੇ ਗਮਾਇੰਦੇ ਸਾਈਟਿੰਗ, ਉਹਦੇ ਵਿੱਚ ਉਹ ਉੱਥੋਂ ਦੀ ਟੀਮ ਆ ਕੇ ਗੁਰਦੁਆਰੇ ਵਿੱਚ ਉਹਨਾਂ ਨੇ ਫੋਟੋਆਂ ਖਿੱਚੀਆਂ, ਅਤੇ ਜਿਹੜਾ ਆਰਟੀਕਲ ਉਹਨਾਂ ਨੂੰ ਲਿਖ ਕੇ ਦਿੱਤਾ ਸੀਗਾ ਕਿ ਅੱਜ ਖਾਲਸਾ ਜਾਂ ਸਿੱਖ ਆਪਣਾ ਪ੍ਰਕਾਸ਼ ਜਨਮ ਦਿਹਾੜਾ ਪ੍ਰਗਟ ਦਿਵਸ ਮਨਾ ਰਹੇ ਨੇ, ਉਹਦੇ ਬਾਬਤ ਉਹਨਾਂ ਨੇ ਆਰਟੀਕਲ ਛਾਪਿਆ। ਉਹ ਆਰਟੀਕਲ ਵੀ ਅਸੀਂ ਤੁਹਾਨੂੰ ਇੱਥੇ ਵੀਡੀਓ ਦੀ ਚੀਜ਼ ਥੋੜੀ ਜਿਹੀ ਇਹਦੀ ਫੋਟੋ ਭੇਜ ਦੇਵਾਂਗੇ, ਤੁਸੀਂ ਦੇਖ ਸਕਦੇ ਹੋ। ਕਿਉਂਕਿ ਜਦੋਂ ਸਿੱਖ ਗੁਰੂ ਨਾਲ ਪਿਆਰ ਕਰਦੇ ਨੇ ਤਾਂ ਉਹਦੇ ਵਾਸਤੇ ਆਪਣੀ ਜਾਨ ਵੀ ਨਿਛਾਵਰ ਕਰ ਦਿੰਦੇ ਨੇ, ਤੇ ਲੋਕਾਂ ਨੂੰ ਅਵੇਅਰਨੈਸ ਕਰਨਾ ਤਾਂ ਇੱਕ ਮਾਮੂਲੀ ਜੀ ਗੱਲ ਹੈ। ਬਸ ਕਹਿੰਦੇ ਨੇ ਕਿ ਤੂੰ ਆਪਣੇ ਦਿਲ ਨੂੰ ਸਮਝਾਤਾ ਸੀ ਕਿ ਤੂੰ ਅੱਗੇ ਵਧਣਾ ਹੈ। ਸੋ ਇਹ ਇੱਕ ਸੀਗਾ। ਤੇ ਹੁਣ ਜਿੱਦਾਂ ਦਮਨਦੀਪ ਨੇ ਵੀ ਜਰਮਨ ਦੇ ਵਿੱਚ ਇਹੋ ਜਿਹੀ ਮੁਹਿੰਮ ਸ਼ੁਰੂ ਕੀਤੀ ਹੈਗੀ, ਦਮਨਦੀਪ ਸਿੰਘ ਜੀ ਦੇ ਨਾਲ, ਜੇ ਅੱਜ ਜਿੱਥੇ ਸਿੱਖ ਭਾਈਚਾਰਾ ਰਹਿ ਰਿਹਾ, ਜਰਮਨ ਵਿੱਚ ਹੋਵੇ ਤੇ ਭਾਵੇਂ USA ਵਿੱਚ ਹੋਵੇ, UK ਵਿੱਚ ਹੋਵੇ, ਸਾਰਿਆਂ ਨੂੰ ਆਪਾਂ ਨੂੰ ਇਹਨਾਂ ਦਾ ਨਾਲ ਵੱਧ ਤੋਂ ਵੱਧ ਸਪੋਰਟ ਦੇਣਾ ਚਾਹੀਦਾ, ਤੇ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾਣਾ ਚਾਹੀਦਾ ਹੈਗਾ। ਸੋ ਤਾਂ ਕਿ ਸਿੱਖਾਂ ਦੀ ਆਵਾਜ਼ ਹਰ ਘਰ ਦੇ ਵਿੱਚ ਪਹੁੰਚ ਸਕੇ, ਖਾਸ ਕਰਕੇ ਜਰਮਨ ਤੇ ਜਿਹੜੇ ਫਰਾਂਸ, ਯੂਰਪ ਦੇ ਸ਼ਹਿਰ ਹੈਗੇ ਜਿੱਥੇ ਸਿੱਖਾਂ ਨੂੰ ਦਾ ਬਾਰੇ ਇਹਨਾਂ ਜ਼ਿਆਦਾ ਪਤਾ ਨਹੀਂ ਹੈ। ਕਿਉਂਕਿ ਕਈ ਵਾਕੀ ਐਸੇ ਹੁੰਦੇ ਨੇ, ਕਈ ਗੁਰਸਿੱਖ ਸਾਡੇ ਨਾਲ ਵੀ ਪਿਛਲੇ ਦਿਨਾਂ 'ਚ ਜਦੋਂ ਵੀਡੀਓ ਉਹਨਾਂ ਨੇ ਦੇਖੀ, ਉਹਨਾਂ ਨੇ ਆਪਣੀ ਹੱਡ ਬੀਤੀ ਦੱਸੀ ਕਿ ਜਦੋਂ ਅਸੀਂ ਵੀ ਜਰਮਨ 'ਚ ਰਹਿੰਦੇ ਸਾਂ ਤਾਂ ਪਹਿਲੇ ਤਾਂ ਸਾਨੂੰ ਕੰਮ ਨਹੀਂ ਸੀ ਦਿੱਤਾ ਜਾਂਦਾ ਕਿ ਤੁਸੀਂ ਜੇ ਕੰਮ ਲੈਣਾ, ਜਿਵੇਂ ਦਮਨਦੀਪ ਸਿੰਘ ਨੇ ਪਹਿਲੇ ਕਿਹਾ ਕਿ ਤੁਸੀਂ ਪਗੜੀ ਆੜੀ ਉਤਾਰ ਕੇ ਆਓ ਤੇ ਸ਼ੇਵ ਕਰਕੇ ਆਓ, ਤੇ ਉਹ ਗੁਰਸਿੱਖ ਇੰਨੇ ਗੁਰੂ ਦੇ ਨਾਲ ਜੁੜੇ ਹੋਏ ਸਨ। ਉਹਨਾਂ ਨੇ ਕਹਿ ਦਿੱਤਾ ਕਿ ਨਹੀਂ, ਜੇ ਹੁਣ ਤੂੰ ਮੈਨੂੰ 1 ਲੱਖ ਮਾਰਕ ਵੀ ਦੇ ਦੇ, ਉਸ ਟਾਈਮ DM ਦੋਇਚੇ ਮਾਰਕ ਦੀ ਗੱਲ ਹੁੰਦੀ ਸੀਗੀ, 1 ਲੱਖ ਮਾਰਕ ਵੀ ਦੇ ਦੇਵੇ ਨਾ ਤਾਂ ਵੀ ਮੈਂ ਹੁਣ ਨੌਕਰੀ ਨਹੀਂ ਕਰਨੀ। ਸਿੱਖੀ ਮੇਰੇ ਕੇਸ, ਉਹ ਜਿਹੜਾ ਕਿ ਭਾਈ ਨੰਦ ਲਾਲ ਜੀ ਨੇ ਜਿਹੜਾ ਕਿ ਗਜ਼ਲ ਲਿਖੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ, ਕੇਸਾਂ ਨੂੰ ਦੇਖ ਕੇ ਦੀਨ ਦੁਨੀਆ ਦਰ ਕਮੰਦੇ ਆਫਰੀ ਰੁਖਸਾਰੇ ਮਾਂ, ਹਰ ਦੋ ਆਲਮ ਕੀਮਤੇ ਯਕਤਾਰ ਮੂਏ ਯਾਰ ਮਾਂ, ਕਿ ਤੇਰੀ ਕਲਗੀਧਰ ਤੇਰੀ ਇੱਕ ਕੇਸਾਂ ਤੋਂ 2 ਕੁੱਲ ਜਹਾਨ ਮੈਂ ਵਾਰ ਦੇਵਾਂਗਾ, ਪਰ ਇੰਨੀ ਕੀਮਤ ਹੈ ਤੇਰੇ ਇੱਕ ਕੇਸ ਦੀ, ਤਾਰੇ ਦੀ ਇੱਕ ਦੀ। ਸੋ ਇਹੋ ਜਿਹੇ ਗੁਰਸਿੱਖ
ਵਿਲੱਖਣ ਗੁਰਸਿੱਖ ਗੁਰੂ ਨੂੰ ਪਿਆਰ ਕਰਨ ਵਾਲੇ, ਗੁਰੂ ਤੋਂ ਨਿਛਾਵਰ ਹੋਣ ਵਾਲੇ ਹਜੇ ਵੀ ਬੈਠੇ ਨੇ, ਜਿਉਂਦੇ ਨੇ, ਤੇ ਇਹੋ ਜਿਹੇ ਅੱਗੇ ਵੀ ਆਉਂਦੇ ਰਹਿਣਗੇ, ਕਿਉਂਕਿ ਦਮਨਦੀਪ ਸਿੰਘ ਜਰਮਨ ਦਾ ਜੰਪਲ, ਇਹਨਾਂ ਦੇ ਸਾਥੀ ਆਨੰਦ ਜੀ, ਤੇ ਬਾਕੀ ਜੋ ਇਹਨਾਂ ਦੇ ਸਾਥੀ ਇਹਨਾਂ ਦਾ ਸਹਿਯੋਗ ਦੇ ਰਹੇ ਨੇ, ਤੇ ਬਾਕੀ ਦੀਆਂ ਜਿਹੜੀਆਂ ਗੁਰਦੁਆਰੇ ਦੀਆਂ ਹੈਗੇ ਨੇ ਸੰਸਥਾਵਾਂ ਵੀ ਇਹਨਾਂ ਦਾ ਜਿਹੜਾ ਸਹਿਯੋਗ ਦੇ ਰਹੀਆਂ ਨੇ। ਸੋ ਉਹ ਵੀ ਭਾਗਾਂ ਦੀ, ਕਿਉਂਕਿ ਜਿੱਥੇ ਜਦੋਂ ਸੇਵਾ ਹੁੰਦੀ ਹੈ ਹਰ ਇੱਕ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ। ਇਤਿਹਾਸ ਦੇ ਪੰਨਿਆਂ ਨੂੰ ਪੜ੍ਹਨਾ ਲਿਖਿਆ ਜਾਣਾ ਹੈਗਾ, ਤੇ ਇਹ ਸਦੀਆਂ ਤੋਂ ਇੱਕ ਰੀਤ ਚਲਦੀ ਆਈ ਹੈ ਕਿ ਜੋ ਇਸ ਮੁਕਾਮ ਤੱਕ ਆਪਣਾ ਯੋਗਦਾਨ ਪਾਉਂਦਾ ਤੇ ਸੁਨਹਿਰੀ ਅੱਖਰਾਂ ਵਿੱਚ ਨਾਂ ਲਿਖਿਆ ਜਾਂਦਾ ਉਹਨਾਂ ਦਾ। ਹਾਂਜੀ ਦਮਨਦੀਪ ਸਿੰਘ ਜੀ, ਤੁਸੀਂ ਜਿਹੜੀ ਆਪਣੀ ਅਗਲੀ ਗੱਲ ਕਰ ਰਹੇ ਸੀਗੇ ਕਿ ਇੱਥੇ ਉਸ ਬਾਰੇ ਤੁਸੀਂ ਦੱਸੋ ਕਿ ਮੁਹਿੰਮ ਸ਼ੁਰੂ ਹੋ ਗਈ ਹੈ, ਅਗਲਾ ਤੁਹਾਡਾ ਨਿਸ਼ਾਨਾ ਕਿੱਥੇ ਹੈ, ਤੁਸੀਂ ਕਿੱਥੇ ਜਾ ਰਹੇ ਹੋ? ਸਾਡਾ ਨਿਸ਼ਾਨਾ ਹੁਣ ਹੈਗਾ ਕਿ ਲੋਕਲ ਲੈਵਲ ਤੇ ਜਿਹੜੇ ਪ੍ਰੋਜੈਕਟ ਨੇ, ਲੋਕਲ ਲੈਵਲ ਨਾਲੋਂ ਇਹ ਸੋਚਣਾ ਕਿ ਨੈਸ਼ਨਲ ਲੈਵਲ ਤੇ ਵੀ ਕੁਝ ਕਰਨਾ ਹੁਣ ਜੀ। ਉਹਦੇ ਲਈ ਜ਼ਰੂਰੀ ਹੈ, ਕਿਉਂਕਿ ਅਸੀਂ ਸੋਚਦੇ ਹਾਂ ਕਿ ਰੀਚਿੰਗ ਮਿਲੀਅਨਸ ਸਾਡਾ ਹੁਣ ਮੋਟੋ ਹੈਗਾ, ਸਾਡਾ ਮੇਨ ਆਬਜੈਕਟਿਵ ਹੁਣ ਹੈਗਾ ਕਿ ਇਹ ਬਿਲਬੋਰਡਸ ਜਿਹੜੇ ਨੇ ਇਹ ਕਾਫੀ ਜ਼ਿਆਦਾ ਹੈਲਪ ਕਰ ਰਹੇ ਨੇ। ਜੇ ਸਟੈਟਿਸਟਿਕਸ ਦੇਖੀਏ ਤਾਂ ਵੈਬਸਾਈਟ ਦੇ ਉੱਤੇ ਵੀ ਟ੍ਰੈਫਿਕ ਵੱਧ ਗਿਆ ਉਸ ਦੇ ਥਰੂ। ਤੇ ਇੱਕ ਤਾਂ ਉਹ ਹੈਗਾ, ਤੇ ਦੂਸਰਾ ਇੰਟਰਨੈਟ ਤੇ YouTube ਲੈ ਲਓ, ਇੰਸਟਾਗ੍ਰਾਮ ਲੈ ਲਓ, ਉਹ ਵੀ ਕਾਫੀ ਅੱਛਾ ਲੈਵਰੇਜ ਦਿੰਦਾ ਸਾਨੂੰ। ਉਹਦੇ ਉੱਤੇ ਹੋਰ ਫੋਕਸ ਦੇ ਨਾਲ ਪ੍ਰੋਡਕਸ਼ਨ ਕਰਨੀ ਵੀਡੀਓਜ਼ ਦੀ। ਤੇ ਇੰਸਟਾਗ੍ਰਾਮ ਤੇ ਆਪਣਾ ਸਾਡੀ ਆਰਗੇਨਾਈਜੇਸ਼ਨ ਦਾ ਨਾਮ ਸਿੱਖਵਾ ਬੰਤ ਹੈ, ਸ਼ਾਇਦ ਤੁਸੀਂ ਇੱਥੇ ਵੀਡੀਓ ਦੇ ਵਿੱਚ ਇਨਸਰਟ ਕਰ ਸਕਦੇ ਹੋ ਬਾਅਦ ਵਿੱਚ, YouTube ਤੇ ਫੇਸਬੁੱਕ ਤੇ ਵੀ। ਤੇ ਉਸ ਤੋਂ ਇਲਾਵਾ ਜਦੋਂ ਸਗੋਂ ਕਰੋਨਾ ਸੀ ਨਾ, ਕਈ ਵਾਰੀ ਲੋਕ ਹੁੰਦੇ ਨੇ ਉਹਨਾਂ ਦੇ ਲਈ ਕੋਈ ਕ੍ਰਾਈਸਿਸ ਹੋਏ ਨਾ ਦੁਨੀਆ ਦੇ ਵਿੱਚ, ਤਾਂ ਉਹਨਾਂ ਦਾ ਡਾਊਨਫਾਲ ਹੁੰਦਾ। ਕਈ ਹੈਗੇ ਨੇ ਜਿਹੜੇ ਕ੍ਰਾਈਸਿਸ ਦੇ ਵਿੱਚ ਵੱਧੇ ਨੇ, ਤੇ ਕ੍ਰਾਈਸਿਸ ਵਿੱਚ ਪੋਟੈਂਸ਼ੀਅਲ ਹੁੰਦਾ। ਸੋ ਕ੍ਰਾਈਸਿਸ ਦੇ ਵਿੱਚ ਜਿਹੜਾ ਕਰੋਨਾ ਦਾ ਹੋਇਆ, ਲੋਕਡਾਊਨ ਜਦੋਂ ਹੋਇਆ ਸੀਗਾ, ਤਾਂ ਉਦੋਂ April ਮੇਰੇ ਖਿਆਲ ਨਾਲ 2020 ਦੀ ਗੱਲ ਹੈ, ਕਿ ਸਾਰੇ ਜਣੇ ਘਰ ਹੀ ਬੈਠੇ ਸੀ, ਹੋਮ ਆਫਿਸ ਘਰ ਹੋ ਰਿਹਾ ਸੀ, ਪੜ੍ਹਾਈਆਂ ਘਰ ਹੋ ਰਹੀਆਂ ਸੀਗੀਆਂ, ਪਰ ਮਹਿਸੂਸ ਹੋ ਰਿਹਾ ਸੀਗਾ ਸਿੱਖਾਂ ਨੂੰ ਕਿ ਜਾਂ ਸੇਵਾਦਾਰਾਂ ਨੂੰ ਕਿ ਅਸੀਂ ਤਾਂ ਘਰਾਂ ਵਿੱਚ ਬੈਠੇ ਹਾਂ, ਤੇ ਉਹਨਾਂ ਦਾ ਕੀ ਹਾਲ ਹੁੰਦਾ ਹੋਏਗਾ ਜਿਹੜੇ ਬਾਹਰ ਬੈਠੇ ਨੇ, ਗਰੀਬ ਲੋਕ ਜਾਂ ਹੋਮਲੈਸ ਪੀਪਲ। ਸੋ April 2020 ਦੇ ਵਿੱਚ ਸ਼ੁਰੂ ਕੀਤਾ ਗਿਆ। ਇੱਥੋਂ ਹੀ ਸਿੱਖ ਬੰਦ ਤੋਂ ਸ਼ੁਰੂ ਹੋਈ ਇਹ ਗੱਲ ਕਿ ਜਿਹੜਾ ਲੰਗਰ ਹੈ, ਇੱਕ ਤਾਂ ਲੰਗਰ ਚਲੇ ਗੁਰਸ਼ਬਦ ਹਰ ਤੋੜਨਾ ਵੀ ਖੱਟੀ ਹੈ, ਰਾਮਕਲੀ ਕੀ ਵਾਰ ਦੇ ਵਿੱਚ ਇੱਕ ਤਾਂ ਗੁਰਸ਼ਬਦ ਦਾ ਲੰਗਰ ਹੈ, ਪਰ ਦੂਜਾ ਲੰਗਰ ਵੀ ਗੁਰੂ ਸਾਹਿਬ ਨੇ ਜਿਹੜਾ ਚਲਾਇਆ ਸੀਗਾ। ਪਰ ਉਹਦੇ ਵਿੱਚ ਇਹ ਸੋਚਿਆ ਸੀਗਾ ਕਿ ਗੁਰਦੁਆਰੇ ਵਿੱਚ ਚਲੋ ਲੰਗਰ ਬਣਨਾ ਵੀ ਚਾਹੀਦਾ ਤੇ ਬਣੇਗਾ ਵੀ ਅੱਗੋਂ ਵੀ। ਜ਼ਿਆਦਾਤਰ ਉਹ ਹੈਗਾ ਕਿ ਰੱਜਿਆ ਹੋਇਆ ਸੀ, ਰੱਜੇ ਭੱਜੇ ਆਪ ਬਣਾ ਕੇ ਆਪ ਹੀ ਛਕਦੇ ਨੇ। ਪਰ ਜਦੋਂ ਸਾਖੀ ਸੁਣੀ ਗੁਰੂ ਨਾਨਕ ਦੇਵ ਜੀ ਦੀ ਜਾਂ ਗੁਰੂ ਅਮਰਦਾਸ ਜੀ ਦੀ, ਜਦੋਂ ਵੀ ਹਨਾ ਲੰਗਰ ਦਾ ਕਨਸੈਪਟ ਹੈਗਾ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੈ, ਬਿਲਕੁਲ ਜੀ। ਤਾਂ ਉਦੋਂ ਮਹਿਸੂਸ ਹੋਇਆ ਸੇਵਾਦਾਰਾਂ ਨੂੰ ਕਿ ਇਹਨੂੰ ਹੁਣ ਬਾਹਰ ਲੈ ਕੇ ਜਾਣ ਦਾ ਇਹ ਓਪਰਚੁਨਿਟੀ ਹੈਗੀ ਹੈ, ਅਸਲ ਵਿੱਚ ਹੁਣ ਹੋਣੀ ਹੈ। ਤੇ ਉਹ ਮਹਿਸੂਸ ਹੋ ਕੇ ਫਿਰ ਉਹ April ਵਿੱਚ ਸ਼ੁਰੂ ਹੋਇਆ ਕਿ ਜਿਹੜੇ ਬਾਹਰ ਹੋਮਲੈਸ ਪੀਪਲ ਨੇ, ਗਰੀਬ ਲੋਕ ਨੇ, ਉਹਨਾਂ ਨੂੰ ਲੰਗਰ ਵਰਤਾਉਣ ਦਾ ਕੰਮ ਸ਼ੁਰੂ ਹੋਇਆ। ਹੁਣ ਉਹ ਲੰਗਰ ਵਰਤਾਉਣ ਦਾ ਤੋਂ ਇੱਥੇ ਹੋਇਆ ਕਿ ਕੱਪੜਿਆਂ ਤੱਕ ਕੰਮ ਚਲਾ ਗਿਆ, ਹਾਈਜੀਨ ਆਰਟੀਕਲਸ ਜਿੱਦਾਂ ਟੂਥਪੇਸਟ, ਟੂਥਬ੍ਰਸ਼, ਹੋਰ ਹਨਾ ਸਮਾਨ ਜਿਹੜਾ ਹੁੰਦਾ ਹਾਈਜੀਨ ਦਾ, ਉਹ ਵੀ ਹੁਣ ਵੰਡਣ ਲੱਗ ਪਏ ਨੇ ਸਿੱਖ। ਸੋ ਸਿੱਖ ਫਬਨ ਤੋਂ ਸ਼ੁਰੂ ਹੋ ਕੇ ਉਸ ਦਾ ਹੁਣ ਨਾਮ ਦੀ ਫਰਾਈ ਅਕੂਸ਼ਾ ਹੈਗਾ, ਦ ਫ੍ਰੀ ਕਿਚਨ, ਗੁਰੂ ਨਾਨਕ ਫਰਾਈ ਅਕੂਸ਼ਾ। ਉਹਦਾ ਇੰਸਟਾਗ੍ਰਾਮ ਪੇਜ ਬੇਸ਼ੱਕ ਤੁਸੀਂ ਵਿੱਚ ਪਾ ਸਕਦੇ ਹੋ, @freie Küche, die freie Küche, the free kitchen। ਤੇ ਉਹਦੇ ਵਿੱਚ ਜਿਹੜਾ ਆਪਣੇ ਸਿੱਖੀ ਦਾ ਜਿਹੜੇ ਵੀ ਅਸੀਂ ਬਣਾਏ ਸੀ ਲੀਫਲੇਟਸ ਤੇ ਫਲਾਈ, ਬੇਸਿਕ ਇਨਫੋਰਮੇਸ਼ਨ ਸਿੱਖਾਂ ਬਾਰੇ, ਉਹ ਨਾਲ ਹਮੇਸ਼ਾ ਹੀ ਵਰਤਾਇਆ ਜਾਂਦਾ ਹੈ। ਸਹਿਯੋਗ ਹਰ ਇੱਕ ਵੱਡਿਆਂ ਸ਼ਹਿਰਾਂ ਦੇ ਵਿੱਚ ਜਿਹੜੇ ਗੁਰਦੁਆਰੇ ਹੈਗੇ ਨੇ ਉਹਨਾਂ ਦਾ ਮਿਲਦਾ, ਬਰਲਿਨ, ਫਰੈਂਕਫਰਟ ਗੁਰਦੁਆਰਾ, ਹੋਰ ਕਿੰਨਾ ਨਾਮ ਲਈਏ, ਰੈਸਟੋਰੈਂਟਸ ਵਾਲੇ ਜਿਹੜੇ ਨੇ, ਇੰਡੀਅਨ ਰੈਸਟੋਰੈਂਟ ਓਨਰਸ, ਪਿਜ਼ਰੀਆਸ ਜਿਨ੍ਹਾਂ ਦੇ ਹੈਗੇ ਨੇ, ਸਾਰੇ ਤਿਆਰ ਹੁੰਦੇ ਨੇ, ਕਹਿੰਦੇ ਸਾਡੀ ਕਿਚਨ ਵਰਤੋ, ਸੇਵਾ ਕਰੋ। ਸੋ ਉਸ ਚੀਜ਼ ਤੋਂ ਲੈ ਕੇ ਇਹ ਜਿਹੜੀ ਹਿਊਮੈਨੀਟੇਰੀਅਨ ਬੇਸਿਸ ਤੇ ਇੱਕ ਦਿਲੋਂ ਇੱਕ ਸੇਵਾ ਦੀ ਭਾਵਨਾ, ਇਹ ਨਹੀਂ ਕਿ ਇਹਦੇ ਥਰੂ ਅਸੀਂ ਸਿੱਖੀ ਦੀ ਅਵੇਅਰਨੈਸ ਦਿਲਾਣੀ, ਉਹ ਤਾਂ ਮਤਲਬ ਬਣ ਜਾਂਦਾ ਨਾ ਫਿਰ, ਮਤਲਬ ਦੇ
ਉਹ ਫਿਰ ਪਰ ਇਹ ਹੈਗਾ ਨਿਸ਼ਕਾਮ ਸੇਵਾ ਕਰਦਿਆਂ ਨਾਲ ਹੀ ਸਿੱਖੀ ਦੀ ਆਈਡੈਂਟੀਟੀ ਦੀ ਅਵੇਅਰਨੈਸ ਹੋਈ। ਹੈਮਬਰਗ ਦੇ ਵਿੱਚ ਕਿੰਨੇ ਨੌਜਵਾਨ ਸਿੰਘ ਨੇ ਸਿੰਘਣੀਆਂ ਹੈਗੇ ਨੇ, ਜੀ ਲਗਾਤਾਰ ਲੰਗਰ ਲੱਗ ਰਹੇ ਨੇ, ਲਗਾਤਾਰ ਹਾਈਜੀਨ ਆਰਟੀਕਲਸ ਦੇ ਲੰਗਰ ਲੱਗ ਰਹੇ ਨੇ, ਕਲੋਨ ਦੇ ਵਿੱਚ, ਫਰੈਂਕਫਰਟ ਦੇ ਵਿੱਚ, ਮਿਊਨਿਕ ਦੇ ਵਿੱਚ, ਸਾਰੇ ਪਾਸੇ। ਜਦੋਂ ਤੁਸੀਂ ਇਹ ਸਾਰਾ ਕਾਜ ਕਰਦੇ ਹੋ, ਉੱਥੋਂ ਦੀ ਜਿਹੜੀਆਂ ਮੀਡੀਆ ਹੈ, ਜਰਮਨ ਦਾ ਮੀਡੀਆ, ਉਹਨਾਂ ਨੇ ਕਦੀ ਆ ਕੇ ਤੁਹਾਨੂੰ ਦੇਖ ਕੇ ਕੰਟੈਕਟ ਕੀਤਾ ਹੈਗਾ ਕਿ ਤੁਸੀਂ ਕੀ ਕਰ ਰਹੇ ਹੋ, ਜਾਂ ਉੱਥੋਂ ਲੋਕ ਜਿਹੜੇ ਨੇ ਉਹ ਤੁਹਾਨੂੰ ਪੁੱਛਦੇ ਨੇ ਕਿ ਤੁਸੀਂ ਕੀ ਕਰਦੇ ਪਏ ਹੋ? ਕੁਝ ਇਹਦੇ ਬਾਰੇ ਦੱਸ ਸਕਦੇ ਹੋ? ਆਫ ਕੋਰਸ ਸਾਰੇ ਤਾਂ ਸਿਰ ਢੱਕ ਕੇ ਜਾਂ ਦਸਤਾਰਾਂ ਬੰਨ ਕੇ ਸੇਵਾ ਕਰਦੇ ਨੇ, ਉਹ ਤਾਂ ਲੋਕ ਆਂਦੇ ਹੀ ਨੇ ਫਿਰ ਪੁੱਛਣ ਕਿ ਤੁਸੀਂ ਕੌਣ ਹੋ, ਤੁਹਾਨੂੰ ਪਹਿਲਾਂ ਕਦੀ ਨਹੀਂ ਦੇਖਿਆ। ਜੀ ਹੋਰ ਵੀ ਇੰਸਟੀਟਿਊਸ਼ਨਸ ਹੈਗੇ ਨੇ ਗੋਰਿਆਂ ਦੀ ਵੀ ਜਿਹੜੇ ਆ ਕੰਮ ਕਰਦੇ ਨੇ, ਤੇ ਉਹ ਨਾਲ ਜੁੜਦੇ ਹੁੰਦੇ ਨੇ, ਠੀਕ ਹੈ ਕੋਆਪਰੇਸ਼ਨ ਬਣ ਜਾਂਦੀ ਹੈ ਜੀ। ਇਨ ਮਿਲੀਅਨਸ, ਕਿਉਂਕਿ ਉਹਨਾਂ ਦੀ ਵੀ ਫਿਰ ਫਾਲੋਅਰ ਨੇ, ਉਹਨਾਂ ਦਾ ਵੀ ਕੋਈ ਨੈਟਵਰਕ ਹੈਗਾ। ਸੋ ਇਸ ਤਰ੍ਹਾਂ ਹਮੇਸ਼ਾ ਹੁਣ ਪ੍ਰੋਜੈਕਟ ਜਿਹੜੇ ਨੇ, ਤੁਸੀਂ ਜਿੱਦਾਂ ਪੁੱਛੇ ਸੀ ਹੁਣ ਅੱਗੇ ਜਾਣ ਦਾ ਕੀ ਪਲਾਨ ਹੈਗਾ ਤੁਹਾਡਾ, ਸਾਡਾ ਇਹੀ ਪਲਾਨ ਹੈ ਕਿ ਜੋ ਵੀ ਹੁਣ ਕੰਮ ਕਰਨਾ ਉਹਨੂੰ ਲੈਵਰੇਜ ਦੇਣਾ ਤਾਂ ਕਿ ਹੋਰ ਫੈਲੇ। ਕਿ ਉਹਨੂੰ ਦੱਸ ਰਿਹਾ ਤੇ ਤੁਹਾਡੇ ਤੱਕ ਹੀ ਗੱਲ ਨਾ ਰਵੇ, ਤੁਹਾਡੇ ਨਾਲ ਜਿਹੜੇ ਜੁੜੇ ਨੇ ਉਹਨਾਂ ਤੱਕ ਗੱਲ ਈਜ਼ੀਲੀ ਪਹੁੰਚ ਜਾਏ। ਫਿਰ ਜਿਹੜੇ ਪ੍ਰਿੰਟ ਆਪਣੇ ਫਲਾਇਰ ਨੇ, ਲੀਫਲੇਟਸ ਨੇ, ਸਾਰੇ ਇੰਟਰਨੈਟ ਤੇ ਅਵੇਲੇਬਲ ਨੇ ਸਾਡੀ ਵੈਬਸਾਈਟ ਦੇ ਉੱਤੇ, ਤੇ ਉਹਨੂੰ ਹਰ ਕੋਈ ਯੂਜ਼ ਕਰ ਸਕਦਾ। ਪ੍ਰੈਜੈਂਟੇਸ਼ਨਸ ਨੇ ਪਾਵਰ ਪੁਆਇੰਟ ਤੇ, ਬੱਚੇ ਨੇ ਆਪਣੇ ਸਕੂਲਸ ਦੇ ਵਿੱਚ ਕੋਈ ਪ੍ਰੈਜੈਂਟੇਸ਼ਨ ਰੱਖਣੀ ਉਹਦੇ ਉੱਤੋਂ ਕਰ ਸਕਦੇ। ਗੁਰਮੁਖੀ ਕੋਰਸ ਹੈਗਾ ਜੀ। ਤੁਸੀਂ ਇੱਕ ਗੱਲ ਕਰ ਰਹੇ ਸੀਗੇ ਕਿ ਜਿੱਥੇ ਤੁਸੀਂ ਜਿਵੇਂ ਕਿ ਅਸੀਂ ਰੇਲਵੇ ਸਟੇਸ਼ਨਾਂ ਤੇ ਹਰ ਵੱਡੀ ਥਾਂ ਤੇ ਜਾ ਕੇ ਆਪਾਂ ਅਵੇਅਰਨੈਸ ਦੇਣ ਵਾਸਤੇ ਉਹ ਪੋਸਟਰ ਲਗਾ ਰਹੇ ਹਾਂ, ਤੇ ਨਾਲ ਤੁਸੀਂ ਇੱਥੇ ਇੱਕ ਗੱਲ ਹੋਰ ਵੀ ਕਹਿ ਰਹੇ ਸੀਗੇ ਕਿ ਕਿਤੇ ਨਾ ਕਿਤੇ ਸਾਡੇ ਸਿੱਖਾਂ ਵਿੱਚ ਵੀ ਕੁਝ ਚੂਕ ਹੈਗੀ ਹੈ। ਉਹਦੇ ਬਾਰੇ ਥੋੜਾ ਜਿਹਾ ਤੁਸੀਂ ਦੱਸੋ, ਜਿਹੜਾ ਮਾਈਨਸ ਪੁਆਇੰਟ ਜਿਹੜਾ ਸਿੱਖਾਂ ਵਿੱਚ ਹੈ ਉਹਦੇ ਬਾਰੇ ਥੋੜੀ ਗੱਲ ਦੱਸੋ। ਹਾਂਜੀ, ਉਹਦੇ ਵਿੱਚ ਨਾ ਇੱਕ ਇਹੀ ਪੁਆਇੰਟ ਹੈਗਾ। ਪਿਛਲੇ 8 ਸਾਲਾਂ ਵਿੱਚ ਸਾਨੂੰ ਇਹ ਪਤਾ ਚੱਲਿਆ, ਦੇਖੋ ਜਦੋਂ ਹੁਣ ਮੇਰਾ ਬੱਚਾ ਹੋਇਆ ਪਟਕਾ ਬੰਨ ਰਿਹਾ ਤੇ ਉਹਨੂੰ ਸਕੂਲ ਵਿੱਚ ਪ੍ਰੋਬਲਮ ਹੈ, ਤਾਂ ਮੈਨੂੰ ਇਹ ਦੇਖਣਾ ਚਾਹੀਦਾ ਇਹ ਨਹੀਂ ਕਿ ਪ੍ਰੋਬਲਮ ਹੈ ਤੇ ਉਹ ਬੁਰੇ ਨੇ। ਕਈ ਵਾਰ ਜਦੋਂ ਸਵਾਲ ਉੱਠਦੇ ਨੇ ਨਾ, ਖਾਸ ਕਰਕੇ ਪਟਕੇ ਤੇ, ਜਾਂ ਬੱਚੇ ਜਦੋਂ ਜੂੜਾ ਕਰਕੇ ਉਹਦੇ ਉੱਤੇ ਚਿੱਟੇ ਰੰਗ ਦਾ ਰੁਮਾਲ ਬੰਨ ਕੇ ਜਾਂਦੇ ਨੇ, ਪ੍ਰੋਬਲਮ ਉਦੋਂ ਵੀ ਆਉਂਦੀ ਹੈ। ਦੋ ਪਰਸਪੈਕਟਿਵਸ ਤੋਂ ਦੇਖਣਾ, ਬਾਹਰੋਂ ਜਿਹੜਾ ਅਟੈਕ ਹੋ ਰਿਹਾ, ਕਹਿ ਲਓ ਇੱਕ ਅਟੈਕ, ਤੇ ਇੱਕ ਆਪਣਾ ਪੱਖ ਜਿਹੜਾ ਬਾਹਰੋਂ ਅਟੈਕ ਹੋ ਰਿਹਾ ਉਹ ਇਸ ਕਰਕੇ ਹੋ ਰਿਹਾ ਕਿਉਂਕਿ ਇੱਕ ਨਾ ਪਟਕੇ ਦੇ ਥੱਲੇ ਕੀ ਹੈ, ਉਹ ਇੱਕ ਰਾਜ਼ ਬਣ ਕੇ ਰਹਿੰਦਾ ਹੈ, ਖਾਸ ਕਰਕੇ ਦੂਜੇ ਬੱਚਿਆਂ ਲਈ। ਬਿਲਕੁਲ, ਬੜਾ ਵਧੀਆ ਸਵਾਲ। ਤੇ ਉਹਨੂੰ ਮਿਸਟਰੀ ਬਣਾ ਕੇ ਅਸੀਂ ਰੱਖਿਆ। ਹੁਣ ਇੱਥੇ ਪੁਆਇੰਟ ਆਉਂਦਾ ਹੈ ਕਿ ਹੁਣ ਆਪਣੇ ਵੱਲ ਆਉਂਦਾ, ਕਿਉਂਕਿ ਜਿੱਦਾਂ ਗੁਰਬਾਣੀ 'ਚ ਲਿਖਿਆ ਕਿ ਆਪਨੜੇ ਗਿਰੀਬਾਨ ਮੈਂ ਸਿਰ ਨੀਵਾਂ ਕਰ ਦੇ। ਪਹਿਲਾਂ ਆਪਣਾ ਸੈਲਫ ਐਨਾਲਾਈਸਿਸ ਕਰ ਕਿ ਤੂੰ ਕਿੱਥੇ ਗਲਤ ਹੈ। ਦੱਦਾ ਦੋਸ਼ ਨਾ ਦਿਉ ਕਿਸੇ, ਦੋਸ਼ ਕਰਮਾ ਆਪਣੇ ਆ। ਕਿ ਸਭ ਤੋਂ ਪਹਿਲੀ ਗੱਲ ਤਾਂ ਇਹ ਹੈਗੀ ਆ ਕਿ ਜੇ ਸਾਨੂੰ ਆਪ ਹੀ ਨਹੀਂ ਪਤਾ ਨਾ ਕਿ ਅਸੀਂ ਕੇਸ ਕਿਉਂ ਨਹੀਂ ਕੱਟਦੇ, how can we explain others? ਉਹ ਤਾਂ ਬਾਹਰ ਦੀ ਗੱਲ ਹੈ। ਸਾਡੇ ਆਪਣੇ ਵਿੱਚ ਸੈਲਫ ਕੌਨਫੀਡੈਂਸ ਨਹੀਂ ਹੋਣਾ, ਆਪਣੇ ਬੱਚਿਆਂ ਦੇ ਵਿੱਚ ਕੌਨਫੀਡੈਂਸ ਨਹੀਂ ਹੋਣਾ, ਉਹ ਨਹੀਂ ਹੋਏਗਾ ਤੇ ਸਾਨੂੰ ਹਮੇਸ਼ਾ ਹੀ ਅਟੈਕ ਲੱਗਣਾ। ਸੋ ਇੱਕ ਪੁਆਇੰਟ ਤਾਂ ਇਹ ਹੈਗਾ ਮੇਰੇ ਖਿਆਲ ਦੇ ਨਾਲ, 70% ਤੁਸੀਂ ਇੱਕ ਕਲਾਸ ਵਿੱਚ ਜੇ ਹੋ ਤੇ 30 ਗੋਰੇ ਬੱਚੇ ਨੇ ਤੇ ਇੱਕ ਇਕੱਲਾ ਪਟਕੇ ਵਾਲਾ ਬੱਚਾ ਹੈ, ਜੇ 30 ਬੱਚਿਆਂ ਨੂੰ ਦੱਸਿਆ ਗਿਆ ਕਿ ਇਹ ਰੀਜ਼ਨ ਹੈ ਅਸੀਂ ਕੇਸ ਨਹੀਂ ਕੱਟਦੇ, ਤਾਂ ਉਹਨਾਂ ਵਿੱਚੋਂ ਇੱਕ ਹੀ ਬੱਚਾ ਹੋਏਗਾ ਸ਼ਾਇਦ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਉਸ ਤੋਂ ਬਾਅਦ ਫਿਰ ਵੀ ਹੱਸੇਗਾ, ਮਖੌਲ ਕਰੇਗਾ। ਉਹਦਾ ਮਤਲਬ ਇਹੀ ਹੋਏਗਾ ਕਿ ਉਹਦੀ ਪਰਵਰਿਸ਼ ਠੀਕ ਨਹੀਂ ਹੋਈ, ਉਹਦੇ ਘਰ ਦੇ ਵੱਲੋਂ ਕੋਈ ਮੈਂਟਲ ਪ੍ਰੋਬਲਮ ਹੋਏਗੀ ਸ਼ਾਇਦ ਬੱਚੇ ਨੂੰ। ਬਿਲਕੁਲ ਐਬਸੋਲੂਟਲੀ। ਇਹਦੇ ਨਾਲ ਇੱਕ ਗੱਲ ਮੈਨੂੰ ਹੋਰ ਚੇਤੇ ਆ ਰਹੀ ਹੈ ਕਿ ਇੱਕ ਫਰੈਂਡ ਸਨ ਸਾਡੇ ਉੱਥੇ ਰਹਿੰਦੇ, ਤਾਂ ਇੱਕ ਉਸ ਦਿਨਾਂ 'ਚ ਉਹਨਾਂ ਦਾ ਵਿਆਹ ਹੋਇਆ ਸੀਗਾ, ਤੇ ਉਹ ਉਹਨਾਂ ਨੇ ਸੰਦੂਰ ਪਾਇਆ ਸੀ ਤੇ ਮੰਗਲ ਸੂਤਰ, ਤੁਹਾਨੂੰ ਪਤਾ ਕਿ ਜਿਹੜੀ ਇੱਕ ਲਿਬਾਸ ਹੁੰਦੀ ਹੈ, ਲਾਲ ਚੂੜਾ, ਲਾਲ ਲਿਪਸਟਿਕ, ਸਾਰਾ ਕੁਝ। ਤੇ ਉਹ ਕਹਿੰਦੀ ਸੀ ਜਦੋਂ ਮੈਂ ਗੁਰਦੁਆਰੇ ਵੱਲ ਆਉਂਦੀ ਹਾਂ ਸ਼ਾਸੇਬਾਨ ਵਿੱਚ ਜਾਂ ਮੈਟਰੋ ਵਿੱਚ ਬੈਠ ਕੇ, ਤਾਂ ਲੋਕ ਮੇਰੇ ਵੱਲ ਦੇਖਦੇ ਨੇ, ਹੱਸਦੇ ਨੇ, ਤੇ ਮੈਂ ਬੜੀ ਪਰੇਸ਼ਾਨ ਆ। ਮੈਨੂੰ ਸਮਝ, ਜੇ ਮੈਂ ਇਹ ਨਹੀਂ ਪਾਉਂਦੀ, ਸ਼ਿੰਗਾਰ ਨਹੀਂ ਕਰਦੀ, ਤਾਂ ਮੇਰਾ ਸੁਹਾਗਣ ਹੋਣ ਦਾ ਦਿਖਦਾ ਨਹੀਂ ਹੈ ਕਿ ਮੈਂ ਸੁਹਾਗਣ ਹਾਂ ਜਾਂ ਵਿਆਹੀ ਹਾਂ, ਤੇ ਚਰਨਜੀਤ ਅਸੀਂ ਕੀ ਕਰੀਏ, ਕਿੱਦਾਂ ਹੋਵੇਗਾ? ਤਾਂ ਉਹ ਕਹਿੰਦੀ, ਜਦੋਂ ਉਹਨਾਂ ਨੇ ਗੱਲ ਕੀਤੀ, ਮੈਂ ਕਿਹਾ ਇੱਕ ਆਈਡੀਆ ਹੈਗਾ ਮੇਰੇ ਕੋਲ, ਅਗਰ ਤੂੰ ਅਪਣਾ ਲਵੇਂ ਤਾਂ ਉਹ ਠੀਕ ਰਹੇਗਾ। ਕਹਿੰਦੀ ਕੀ ਹੈ? ਮੈਂ ਕਹਿੰਦਾ, ਕੱਲ ਨੂੰ ਜਦੋਂ ਤੂੰ ਨਿਕਲੇਂਗੀ ਨਾ ਸੰਦੂਰ ਲਗਾ, ਨਾ ਬਿੰਦੀ ਲਗਾ, ਨਾ
ਲਾਲ ਕੱਪੜੇ ਸਾਰਾ ਕੁਝ ਛੱਡ ਦੇ ਤੇ ਸਿੰਪਲ ਫਿਰ ਤੇ ਗੋਰਿਆਂ ਵਾਂਗ ਟਾਈਪ ਕਰ ਲੈ, ਫਿਰ ਤੇ ਕਿਸੇ ਨੇ ਨਹੀਂ ਹੱਸਣਾ ਤੇ ਨਾ ਕਿਸੇ ਨੇ ਕੁਝ ਕਹਿਣਾ ਤੈਨੂੰ। ਕਹਿੰਦੀ ਨਹੀਂ ਇਹ ਤਾਂ ਮੈਂ ਨਹੀਂ ਕਰ ਸਕਦੀ। ਮੈਂ ਕਿ ਜੇ ਨਹੀਂ ਕਰ ਸਕਦੀ ਫਿਰ ਜਿਗਰਾ ਰੱਖ ਸਾਹਮਣਾ। ਮੈਂ ਕਿ ਜੇ ਦੇਖੋ ਮੈਂ ਕਿ ਤੁਸੀਂ ਇਹੋ ਜਿਹੇ ਲਿਬਾਸ ਪਹਿਨ ਕੇ ਆ ਰਹੇ ਹੋ, ਇਹ ਤੁਹਾਨੂੰ ਮੈਂ ਕਹਾਂ ਕਿ 2000 ਸੰਨ 2000 ਦੀ ਗੱਲ ਹੈਗੀ ਹੈ। ਤਾਂ ਉਸ ਸਮੇਂ ਜਦੋਂ ਉਹਨਾਂ ਨੇ ਗੱਲ ਕੀਤੀ, ਮੈਂ ਕਿਹਾ ਤੁਸੀਂ ਇਸ ਤਰੀਕੇ ਨਾਲ ਕਰੋ, ਜੇ ਤੁਸੀਂ ਆਪਣਾ ਮੰਗਲ ਸੂਤਰ ਨਹੀਂ ਲਾਣਾ ਚਾਹੁੰਦੇ ਹੋ, ਆਪਣਾ ਸੰਦੂਰ ਨਹੀਂ ਲਾਣਾ ਚਾਹੁੰਦੇ ਹੋ, ਤਾਂ ਯੂ ਹੈਵ ਟੂ ਸਟੈਂਡ ਫॉर दैट। ਮੈਂ ਕਿਹਾ ਇਹ ਜਿਹੜੇ ਲੋਕ ਹੈਗੇ ਨੇ, ਤੁਸੀਂ ਸੋਚਦੇ ਹੋ ਕਿ ਇਹ ਤੁਹਾਡੇ ਤੇ ਹੱਸਦੇ ਨੇ, ਨਹੀਂ ਭਲਿਓ ਮਾਨਸੋ, ਇਹ ਤੁਹਾਡੇ ਤੇ ਨਹੀਂ ਹੱਸਦੇ। ਜਦੋਂ ਕੋਈ ਦੂਸਰੀ ਧਰਤੀ ਤੋਂ ਕੋਈ ਇਨਸਾਨ ਜ਼ਮੀਨ ਤੇ ਆ ਜਾਂਦਾ, ਅਸੀਂ ਸਾਰੇ ਵੇਖਦੇ ਹਾਂ ਇਹ ਕੌਣ ਨੇ, ਕਿੱਥੋਂ ਆਏ ਨੇ, ਕਿਸ ਧਰਤੀ ਦੇ, ਕਿੱਥੋਂ ਬਿਲੋਂਗ ਕਰਦੇ ਨੇ। ਤਾਂ ਫਿਰ ਇਹ ਲੋਕੀ ਜਿਹੜੇ ਜਰਮਨ ਦੇ ਵਿੱਚ, ਇਹਨਾਂ ਨੇ ਸਿੱਖਾਂ ਨੂੰ ਕਦੀ ਦੇਖਿਆ ਨਹੀਂ ਹੈ, ਇਹੋ ਜਿਹੀ ਲਿਬਾਸ ਵਰਤਾਰਾ ਕਦੀ ਦੇਖਿਆ ਨਹੀਂ ਹੈ। ਸੋ ਜਿਵੇਂ ਵੀ ਤੁਹਾਡੇ ਕੋਲੋਂ ਹੁੰਦਾ, ਟੁੱਟੀ ਫੁੱਟੀ ਜਰਮਨ ਆਉਂਦੀ ਹੈ, ਟੁੱਟੀ ਫੁੱਟੀ ਇੰਗਲਿਸ਼ ਆਉਂਦੀ ਹੈ, ਜਿਹੜੀ ਲੈਂਗੁਏਜ ਆਉਂਦੀ ਹੈ, ਜਿੰਨੀ ਆਉਂਦੀ ਹੈ। ਕਈ ਵਾਰੀ ਕਹਿੰਦੇ ਨੇ ਕਿ ਜ਼ੁਬਾਨ ਦੇ ਬੋਲਾਂ ਦਾ ਅਸਰ ਇੰਨਾ ਨਹੀਂ ਪੈਂਦਾ ਜਿੰਨਾ ਕਿ ਇਸ਼ਾਰਿਆਂ ਦੇ ਵਿੱਚ ਗੱਲ ਕਰਕੇ ਤੁਸੀਂ ਸਾਰਾ ਕੁਝ ਦੱਸ ਸਕਦੇ ਹੋ। ਸੋ ਜਿੱਥੇ ਤੁਸੀਂ ਇੰਨੀਆਂ ਸੇਵਾਵਾਂ ਵੱਧ ਤੋਂ ਵੱਧ ਕਰ ਰਹੇ ਹੋ, ਤੇ ਇਹੋ ਜਿਹਾ ਕੁਝ ਕਾਰਜ ਸੋਚੇ ਕਿ ਇੱਕ ਛੋਟਾ ਜਿਹਾ ਇੱਕ ਅੱਧਾ ਪੈਂਪਲੇਟ, ਜਿੱਦਾਂ ਛੋਟਾ ਜਿਹਾ ਇੱਕ 2 ਪੰਨੇ ਵਾਲਾ ਪੈਂਪਲੇਟ ਹੋ ਜਾਵੇ, ਜੋ ਕਿ ਹਰ ਗੁਰੂ ਘਰ ਦੇ ਵਿੱਚ, ਹਰ ਘਰ ਦੇ ਵਿੱਚ ਪਹੁੰਚੇ, ਤੇ ਜਿੱਥੇ ਵੀ ਬੱਚਿਆਂ ਨੂੰ ਜਾਂ ਵੱਡਿਆਂ ਨੂੰ ਇਹੋ ਜਿਹੀ ਪ੍ਰੋਬਲਮਸ ਆਉਂਦੀ ਹੈ, ਉਹ ਪੈਂਪਲੇਟ ਉੱਥੇ ਦੇ ਕੇ ਤੇ ਆਪਣੀ, ਜਿਨ੍ਹਾਂ ਨੂੰ ਜਰਮਨ ਨਹੀਂ ਆਉਂਦੀ, ਜਿਨ੍ਹਾਂ ਨੂੰ ਆਉਂਦੀ ਹੈ ਤਾਂ ਉਹ ਆਪਣੀ ਪੈਰਵੀ ਵੀ ਕਰ ਲੈਣਗੇ, ਤੇ ਜਿਨ੍ਹਾਂ ਨੂੰ ਨਹੀਂ ਆਉਂਦੀ ਜਰਮਨ, ਕੁਝ ਇਹੋ ਜਿਹਾ ਕਦੀ ਸੋਚੇ ਕਿ ਕੁਝ ਇਹੋ ਜਿਹਾ ਪੈਂਪਲੇਟ ਰੈਡੀ ਕਰਨੇ, ਇੱਕ ਪੇਪਰ ਦਾ ਲੀਫਲੈਟ ਵਗੈਰਾ, ਤਾਂ ਆਪਾਂ ਉਹਨਾਂ ਨੂੰ ਦੇ ਸਕੀਏ। ਸਾਡੇ ਕੋਲ ਤਕਰੀਬਨ 6 7 8 ਤਰ੍ਹਾਂ ਦੇ ਪੈਂਫਲੇਟ ਹੈਗੇ ਨੇ ਡਿਫਰੈਂਟ ਟੌਪਿਕਸ ਤੇ ਦਸਤਾਰ ਦੇ ਉੱਤੇ ਸਪੈਸੀਫਿਕਲੀ ਇੱਕ ਬਹੁਤ ਹੈਗਾ, ਜਿਵੇਂ 5 ਤਰ੍ਹਾਂ ਦੀਆਂ ਦਸਤਾਰਾਂ ਜਿਹੜੀਆਂ ਹੈਗੀਆਂ ਨੇ, ਉਹਨਾਂ ਦਾ ਮਤਲਬ ਉਹਨਾਂ ਦਾ ਡਿਜ਼ਾਈਨ, ਤੇ ਪਟਕੇ ਦੇ ਉੱਤੇ ਵੀ ਹੈਗਾ 2 ਡਿਫਰੈਂਟ ਟਾਈਪ ਦੇ ਪੈਂਫਲੇਟ ਹੈਗੇ ਨੇ ਜੀ। ਸੋ ਸਾਡੀ ਤਾਂ ਇਹੀ ਅਪੀਲ ਸ਼ੁਰੂ ਤੋਂ ਰਹੀ ਹੈ, ਜਦੋਂ ਤੁਸੀਂ ਜਰਮਨੀ ਟੂਰ ਕੀਤਾ ਗੁਰਦੁਆਰਿਆਂ ਦੇ ਵਿੱਚ ਜਾ ਕੇ, ਕਿ ਸੰਗਤਾਂ ਨੂੰ ਵਰਤਣ, ਗੁਰਦੁਆਰਿਆਂ ਦੇ ਵਿੱਚ ਰੱਖੇ ਜਾਣ, ਪਰ ਰਿਸਪੌਂਸ ਘੱਟ ਹੈ ਆਪਣੀ ਕਮਿਊਨਿਟੀ ਵੱਲੋਂ ਨਾ। ਇੱਥੇ ਫਿਰ ਗੱਲ ਆਉਂਦੀ ਹੈ ਨਾ ਕਿ ਆਪਣੀ ਜਿਹੜੀ ਕਮੀ ਹੈਗੀ, ਆਪਣੀ ਘਾਟ ਹੈਗੀ ਹੈ। ਜਦੋਂ ਹੁਣ ਇੱਕ ਗੁਰਦੁਆਰਾ ਸਾਹਿਬ ਸੀ, ਉੱਥੇ ਇੱਕ ਮੇਅਰ ਦੀ, ਲੋਕਲ ਮੇਅਰ ਦੀ ਅਸਿਸਟੈਂਟ ਆਈ ਸੀ, ਤੇ ਉੱਥੇ ਸਾਡੀ ਪ੍ਰੈਜੈਂਟੇਸ਼ਨ ਸੀ, ਤੇ ਉਹ ਸਾਡੀ ਪ੍ਰੈਜੈਂਟੇਸ਼ਨ ਸੁਣਨ ਆਈ ਸੀ ਉਸ ਦਿਨ ਜੀ। ਮਤਲਬ ਉੱਥੇ ਪ੍ਰੋਗਰਾਮ ਵੀ ਸੀ ਮੇਰੇ ਖਿਆਲ ਨਾਲ ਗੁਰਦੁਆਰਾ ਸਾਹਿਬ ਦਾ, ਤੇ ਉੱਥੇ ਇਨਵਾਈਟਡ ਵੀ ਸੀ। ਤੇ ਉੱਥੇ ਫਿਰ ਅਸੀਂ ਬੇਨਤੀ ਕੀਤੀ ਸੰਗਤ ਨੂੰ ਕਿ ਤੁਸੀਂ ਜੇ ਕੋਈ ਵੀ ਤੁਹਾਡਾ ਲੋਕਲ ਕੋਈ ਪ੍ਰੋਬਲਮ ਹੈ, ਤੁਸੀਂ ਹੁਣ ਕਰ ਸਕਦੇ ਹੋ ਗੱਲ, ਕਿਸੇ ਨੇ ਕੋਈ। ਦੂਜੀ ਗੱਲ ਹੈਗੀ ਜਿਹੜੀ ਮੈਂ ਪਹਿਲਾਂ ਕਰਨ ਨੂੰ ਮਿਲਦਾ ਸੀ, ਕਿ ਜਦੋਂ ਆਪਣੇ ਪੱਖੋਂ ਆਪਣੇ ਤੌਰ ਤੇ ਕਮੀ ਹੁੰਦੀ ਹੈ ਨਾ, ਕਿ ਜਦੋਂ ਅਸੀਂ ਤਸੱਲੀਦਾਰ ਜਵਾਬ ਆਪਣੇ ਬੱਚਿਆਂ ਨੂੰ ਨਹੀਂ ਦਿਆਂਗੇ ਨਾ, ਉਹਨਾਂ ਨੂੰ ਸੈਲਫ ਕੌਨਫੀਡੈਂਸ ਉਹਨਾਂ ਵਿੱਚ ਵੀ ਨਹੀਂ ਆਉਣਾ। ਉਹਨਾਂ ਨੇ ਵੀ ਸ਼ੱਕ ਕਰਨਾ ਕਿ ਮੈਂ ਕਿਉਂ ਏਦਾਂ ਜਾ ਰਿਹਾ ਪਟਕੇ ਦੇ ਨਾਲ, ਜੂੜੇ ਨਾਲ। ਸੋ ਅਸੀਂ ਰਿਸਰਚ ਕਰੀ ਆਪਣੀ, ਕਿਉਂਕਿ ਐਜ਼ ਸਿੱਖ ਹੋਣ ਤੇ ਸੇਵਾ ਕਰਦੇ ਕਰਦੇ ਸਾਨੂੰ ਇਹ ਰਿਅਲਾਈਜ਼ੇਸ਼ਨ ਹੋਈ ਕਿ ਸਿੱਖ ਹੋਣਾ ਇਕੱਲੇ ਆਇਆ ਨਹੀਂ ਹੈ ਕਿ ਦਸਤਾਰ ਬੰਨਣਾ ਤੇ ਕੇਸ ਰੱਖਣਾ ਹੈ। ਸਿੱਖ ਦਾ ਮਤਲਬ ਸਟੂਡੈਂਟ ਹੈ ਨਾ, ਤੇ ਗੁਰੂ ਤੋਂ ਸਿੱਖਿਆ ਲੈਣੀ ਹੈ, ਤੇ ਕੌਨਸਟੈਂਟਲੀ ਚੱਲਦਾ ਰਹੇ, ਫਿਰ ਹੀ ਰਿਸ਼ਤਾ ਕਾਇਮ ਹੁੰਦਾ ਗੁਰੂ ਦਾ ਤੇ ਸਿੱਖ ਦਾ। ਜੇ ਅਸੀਂ ਸਿੱਖਣੋਂ ਹਟ ਗਏ ਤਾਂ ਫਿਰ ਸਿੱਖ ਕਰਦੇ ਹੋਏ। ਪਰ ਇੱਥੇ ਗੱਲ ਫਿਰ ਇਹ ਵੀ ਆ ਜਾਂਦੀ ਹੈ ਕਿ ਜਦੋਂ ਇਹ ਇੱਕ ਕਮੀ ਹੈਗੀ, ਤੇ ਦੂਸਰੀ ਗੱਲ ਹੈਗੀ ਕਿ ਜਦੋਂ ਬੱਚਾ 7ਵੀਂ ਕਲਾਸ ਤੱਕ ਪਹੁੰਚ ਜਾਏ ਨਾ ਜੀ, ਉਦੋਂ ਵੀ ਪਟਕਾ ਜਾਂ ਰੁਮਾਲ ਬਣ ਕੇ ਸਕੂਲ ਦੇ ਵਿੱਚ ਜਾਵੇ, ਤਾਂ ਉਹ ਵੀ ਬਹੁਤ ਵੱਡੀ ਪ੍ਰੋਬਲਮ ਹੈ ਬੱਚੇ ਲਈ। 8ਵੀਂ ਕਲਾਸ 9ਵੀਂ ਕਲਾਸ ਤੱਕ ਤਾਂ ਮੁੱਛਾਂ ਆਉਣ ਲੱਗ ਪੈਂਦੀਆਂ ਨੇ ਮੁੰਡਿਆਂ ਦੀਆਂ। ਜਦੋਂ ਪਟਕਾ ਬਣ ਕੇ ਜਾਣਗੇ ਤੇ ਜੂੜੇ ਵੀ ਫਿਰ ਵੱਡੇ ਹੁੰਦੇ ਨੇ, ਫਿਰ ਉਹ ਦੂਜੇ ਵਾਸਤੇ ਜਿਨ੍ਹਾਂ ਨੇ ਪਹਿਲਾਂ ਕਦੇ ਦੇਖਿਆ ਨਾ ਹੋਵੇ, ਉਹ ਫਿਰ ਪੁੱਛਦੇ ਨੇ ਕਿ ਵਾਕਈ ਕਿ ਗੱਲ ਕੀ ਹੈਗੀ ਆ। ਜਦੋਂ ਮੈਂ ਆਪ ਵੀ ਪਟਕਾ ਬਣ ਕੇ ਜਾਂਦਾ ਸੀ, ਤੇ ਮੈਂ ਜਦੋਂ ਫਿਰ ਪਹਿਲੀ ਵਾਰ ਜਦੋਂ ਆਪਣੀ ਕਲਾਸਮੇਟਸ ਨੂੰ ਪ੍ਰਿਪੇਅਰ ਕੀਤਾ, ਤਾਂ ਮੈਂ ਘਰ ਹੀ ਦੁਮਾਲਾ ਤੇ ਪੱਗ ਬੰਨਦਾ ਸੀ। ਮੇਰੇ ਫਾਦਰ ਨੇ ਕਾਫੀ ਪੁਸ਼ ਕੀਤਾ ਕਿ ਤੂੰ ਹੌਲੀ ਹੌਲੀ ਸਲੋਲੀ ਸਟਾਰਟ ਕਰ, ਗੁਰਦੁਆਰੇ ਵੀ ਜਦੋਂ ਜਾਏ ਸੰਡੇਜ਼ ਨੂੰ ਤਾਂ ਦਸਤਾਰ ਬਣ ਕੇ ਜਾਣਾ, ਪਟਕੇ ਦੇ ਵਿੱਚ ਹੁਣ ਨਹੀਂ, ਥੋੜਾ ਹੁਣ ਨੈਕਸਟ ਲੈਵਲ ਤੇ ਆਓ। ਜੀ ਬਿਲਕੁਲ ਬਿਲਕੁਲ। ਫਿਰ ਮੈਂ ਸਕੂਲ ਦੇ ਵਿੱਚ ਕਲਾਸਮੇਟਸ ਨੂੰ ਫੋਟੋਆਂ ਦਿਖਾਉਣੀਆਂ ਸ਼ੁਰੂ ਕੀਤੀਆਂ ਪਹਿਲਾਂ, ਕਿ ਮੈਂ ਪਟਕੇ ਵਿੱਚ ਏਦਾਂ ਲੱਗ ਰਿਹਾ, ਦਸਤਾਰ ਦੇ ਵਿੱਚ ਉਦਾਂ। ਕਹਿੰਦੇ ਤੂੰ ਦਸਤਾਰ ਵਿੱਚ ਜ਼ਿਆਦਾ ਮੈਚਿਓਰ ਲੱਗਦਾ ਹੈ। ਯਾਦ ਹੈ ਜਦੋਂ ਮੈਂ ਦੁਮਾਲਾ ਬਣ ਕੇ ਪਹਿਲੀ ਵਾਰ ਸਕੂਲ ਗਿਆ, ਤਾਂ ਉੱਥੇ ਸਾਰਿਆਂ ਨੇ ਅਪਲਾਉਡ ਕੀਤਾ, ਤਾੜੀਆਂ ਮਾਰੀਆਂ ਉਹਨਾਂ ਨੇ ਜਦੋਂ ਮੈਂ ਐਂਟਰ ਕੀਤਾ ਕਲਾਸ ਨੂੰ। ਸੋ ਇਹ ਜ਼ਰੂਰੀ ਹੈ ਆਪਣੇ ਲਈ। ਸਾਡੀ ਅਪੀਲ ਹੈ ਮਾਂ ਬਾਪ ਨੂੰ, ਜੇ ਤੁਹਾਡਾ ਬੇਟਾ ਪਟਕਾ ਬਣ ਕੇ ਜਾਂਦਾ ਹੈ, 7ਵੀਂ ਕਲਾਸ ਤੱਕ ਪਹੁੰਚ ਗਿਆ ਨਾ,
ਉਹਨੂੰ ਦਸਤਾਰ ਐਸ ਸੂਨ ਐਸ ਪੋਸੀਬਲ ਬੰਨਣੀ ਸਿਖਾਓ, ਉਹਦੀ ਪ੍ਰੈਕਟਿਸ ਕਰਾਓ। ਗੁਰਦੁਆਰਾ ਸਾਹਿਬਾਨ ਦੇ ਵਿੱਚ ਗ੍ਰੰਥੀ ਸਿੰਘ ਬੈਠੇ ਨੇ, ਸਾਰੇ ਕੇਪੇਬਲ ਨੇ ਦਸਤਾਰਾਂ ਸਜਾਉਣ ਦੇ, ਸਿਖਾਉਣ ਦੇ, ਹਨਾ। ਉੱਥੇ ਹੀ ਨੇ, ਸੇਵਾ ਕਰ ਰਹੇ ਨੇ, ਉਹਨਾਂ ਤੋਂ ਸੇਵਾ ਲਵੋ, ਉਹ ਦੇਣ ਨੂੰ ਵੀ ਤਿਆਰ ਨੇ। ਆਪ ਤੁਹਾਨੂੰ ਪਗੜੀ ਬੰਨਣੀ ਆਉਂਦੀ ਹੈ, ਦਸਤਾਰ ਬੰਨਣੀ, ਆਪਣੇ ਬੱਚਿਆਂ ਨੂੰ ਹੌਲੀ ਹੌਲੀ ਸਿਖਾਓ ਤੇ 7ਵੀਂ 8ਵੀਂ ਕਲਾਸ ਤੱਕ ਉਹਨਾਂ ਨੂੰ ਦਸਤਾਰ ਤੱਕ ਲੈ ਕੇ ਜਾਓ। ਇੱਕ ਲਾਸਟ ਪੁਆਇੰਟ ਇਸ ਤੇ ਜੀ, ਇਤਿਹਾਸਕ ਪੁਰਾਤਨ ਸਿੱਖਾਂ ਦੀਆਂ ਜੇ ਫੋਟੋਆਂ ਵੀ ਦੇਖੀਏ ਨਾ, ਉਹ ਕਲਪਨਿਤ ਹੈਗੀਆਂ ਨੇ, ਇਮੈਜੀਨੇਸ਼ਨ ਤੋਂ ਬਣੀਆਂ ਨੇ ਭਾਵੇਂ, ਪਰ ਕਦੀ ਤੁਸੀਂ ਦੇਖਿਆ ਹੋਏ ਬਾਬਾ ਫਤਿਹ ਸਿੰਘ ਜੀ, ਬਾਬਾ ਅਜੀਤ ਸਿੰਘ ਜੀ ਦੀ ਫੋਟੋ, ਬਾਬਾ ਜ਼ੋਰਾਵਰ ਸਿੰਘ ਜੀ ਦੀ ਲੈ ਲਓ, ਬਾਬਾ ਫਤਿਹ ਸਿੰਘ ਜੀ ਦੀ, ਹੋਰ ਕਿਸੇ ਵੀ ਕਿਸਮ ਦੇ ਪੁਰਾਤਨ ਬੱਚਿਆਂ ਦੀ, ਉਸ ਏਜ ਗਰੁੱਪ ਦੇ ਵਿੱਚ ਗੁਰਸਿੱਖਾਂ ਦੇ ਬੱਚਿਆਂ ਦੀ ਪਟਕਾ ਨਹੀਂ ਸੀ ਵਰਤਾ ਉਹਨਾਂ ਨੇ, ਸਾਰੀ ਦਸਤਾਰਾਂ ਸਜਾਉਂਦੇ ਸੀ। ਇਹ ਤਾਂ ਜੋ ਦਾਸ ਨੇ ਸੁਣਿਆ, ਫਾਦਰ ਦੱਸਦੇ ਹੁੰਦੇ ਸੀ ਕਿ ਕ੍ਰਿਕਟਰ ਸੀ ਬਿਸ਼ਨ ਸਿੰਘ ਬੇਦੀ, ਜੋ ਕ੍ਰਿਕਟ ਖੇਡਣ ਵੇਲੇ ਕੋਈ ਪਟਕਾ ਜਾਂ ਰੁਮਾਲ ਬੰਨਦੇ ਸੀਗੇ, ਆਊਟ ਆਫ ਦ ਗੇਮ ਉਹ ਵੀ ਦਸਤਾਰ ਬੰਨਦੇ ਸੀ, ਕਿ ਮੋਸਟ ਪ੍ਰੋਬਬਲੀ ਉੱਥੋਂ ਸ਼ੁਰੂ ਹੋਇਆ। ਸਾਡੇ ਵਿੱਚ ਹੀ ਰਹਿ ਗਈ ਹੈ, ਜਾਂ ਅਸੀਂ ਫੈਸ਼ਨ ਪ੍ਰਸਤੀ ਨੂੰ, ਮੀਡੀਆ ਨੂੰ, ਸੋਸ਼ਲਸ ਨੂੰ, ਬੋਲੀਵੁੱਡ ਨੂੰ ਦੇਖ ਦੇਖ ਕੇ ਆਪਾਂ ਕਿਤੇ ਨਾ ਕਿਤੇ ਆਪਣੀਆਂ ਦਸਤਾਰਾਂ ਨੂੰ ਕਨਵਰਟ ਕਰਕੇ ਪਟਕਿਆਂ 'ਚ ਜਾਂ ਜੂੜੀ ਦੇ ਰੁਮਾਲ 'ਚ ਪਾ ਦਿੱਤੇ ਨੇ। ਕਈ ਵਾਰੀ ਜੰਮਦੇ ਬੱਚੇ ਦੀ ਛੋਟੀ ਜਿਹੀ ਦਸਤਾਰ ਬਣੀ ਹੁੰਦੀ ਹੈ, ਅਸੀਂ ਦੇਖਦੇ ਹਾਂ ਵਾਓ ਕਿੰਨਾ ਸੋਹਣਾ ਲੱਗਦਾ ਦਸਤਾਰ ਦੇ ਨਾਲ। ਸੋ ਸਾਡੀ ਪਰੰਪਰਾ, ਸਾਡਾ ਅਸਲੀ ਮਾਹੌਲ ਹੀ ਉਹੀ ਹੈ ਕਿ ਜਦੋਂ ਭਾਵੇਂ ਬੱਚਾ ਜੰਮਦਾ ਹੈ ਤੇ ਨਾਲ ਹੀ ਉਹਦੇ ਸੀਸ ਤੇ ਦਸਤਾਰ ਸਜਾ ਦਿੱਤਾ, ਉਹਨੂੰ ਹੌਲੀ ਹੌਲੀ ਆਪਣੀ ਦਸਤਾਰ ਦੀ ਅਹਿਮੀਅਤ ਵੀ ਪਤਾ ਲੱਗ ਜਾਏਗੀ, ਕੇਸਾਂ ਦੀ ਅਹਿਮੀਅਤ ਵੀ ਪਤਾ ਲੱਗ ਜਾਏਗੀ। ਸੋ ਸਾਡੇ ਕੋਲ ਸਮਾਂ ਬਿਲਕੁਲ ਵੀ ਇੱਕ ਅੱਧਾ ਹੀ ਮਿੰਟ ਦਾ, ਇਹ ਸਮਾਂ ਬਹੁਤ ਹੋ ਗਿਆ, ਪਤਾ ਹੀ ਨਹੀਂ ਲੱਗਾ ਕਿ ਸਮਾਂ ਕਿੱਥੇ ਨਿਕਲ ਗਿਆ ਸਾਡੇ ਕੋਲੋਂ। ਗੱਲਾਂ ਕੁਝ ਜ਼ਿਆਦਾ ਜ਼ਰੂਰੀ ਸਨ ਤੇ ਅੱਛੀਆਂ ਵੀ ਸਨ, ਕਿਉਂਕਿ ਸਿੱਖੀ ਦਾ ਪ੍ਰਚਾਰ, ਸਿੱਖੀ ਦੇ ਉੱਪਰ, ਸਿੱਖਾਂ ਦੀ ਸਿੱਖੀ ਦੇ ਉੱਪਰ ਅਟੈਕ ਨਾ ਹੋਣ। ਸਿੱਖੀ ਦੀ ਸਿੱਖਿਆ ਦੇ ਉੱਪਰ ਕਦੀ ਅਟੈਕ ਹੁੰਦੇ ਵੀ ਨਹੀਂ ਨੇ, ਪਰ ਇਹ ਗੱਲ ਹੈਗੇ ਨੇ ਕਿ ਜਿਹੜੇ ਸਾਡੇ ਸਾਹਮਣੇ ਵਾਲੇ ਹੈਗੇ ਨੇ, ਜਿਨ੍ਹਾਂ ਨੂੰ ਸਿੱਖੀ ਦੇ ਬਾਰੇ ਪਤਾ ਨਹੀਂ ਹੈਗਾ, ਅਸੀਂ ਉਹਨਾਂ ਨੂੰ ਆਪਣੇ ਸ਼ਬਦਾਂ ਦੇ ਵਿੱਚ ਆਪਾਂ ਕਿਵੇਂ ਦੱਸਣਾ ਕਿ who I am and where I come from, what is my identity, I'm a Sikh, but Sikh, I am both, ਮੇਰਾ ਜਨਮ ਸਿੱਖੀ ਤੋਂ ਹੋਇਆ ਤੇ ਮੈਂ ਮੰਨਣਾ ਹੀ ਸਿੱਖੀ ਤੱਕ ਹੈ। ਜਿਵੇਂ ਜਰਮਨ 'ਚ ਕਈ ਵਾਰੀ ਪੁੱਛਦੇ ਨੇ ਕਿ warum Sie nicht schneiden eure Haare, and wenn wir keine Answer haben, ਕੋਈ ਸਾਡੇ ਕੋਲ ਆਨਸਰ ਨਹੀਂ ਹੋਏਗਾ, ਸਾਡਾ ਕੁਝ ਵੀ ਕੰਮ ਅੱਗੇ ਸਿਰ ਨਹੀਂ ਚੜੇਗਾ। ਜਿੰਨੀ ਜਰਮਨ ਆਉਂਦੀ ਹੈ, ਜਿੰਨੀ ਐਜੂਕੇਸ਼ਨ, ਤੁਸੀਂ ਪਹਿਲੇ ਆਪਣੇ ਆਪ ਨੂੰ ਆਪਣੇ ਧਰਮ ਵਿੱਚ ਪਰਪੱਕ ਕਰੋ, ਉਸ ਬਾਰੇ ਇਨਫ ਨੌਲੇਜ ਲੈ ਲਓ, ਗਿਆਨ ਅੰਦਰ ਲੈ ਕੇ ਆ ਜਾਓ। ਭਾਵੇਂ ਗਿਆਨ ਤੁਹਾਡੇ ਕੋਲ ਇੰਨਾ ਹੋਏਗਾ ਨਾ, ਪਰ ਜਦੋਂ ਜਵਾਬ ਦੇਣ ਵਾਸਤੇ ਤੁਹਾਡੇ ਕੋਲ ਆਟੋਮੈਟਿਕਲੀ ਆਪਣੇ ਆਪ ਹੀ ਪਤਾ ਨਹੀਂ ਸ਼ਕਤੀ ਕਲਗੀ ਵਾਲਾ ਕਿੱਥੋਂ ਦੇ ਦਿੰਦਾ, ਉਹ ਸਾਰੀਆਂ ਗੱਲਾਂ ਆਪਣੇ ਆਪ ਹੀ ਅੰਦਰ ਆ ਜਾਂਦੀਆਂ। ਦਮਨਦੀਪ ਸਿੰਘ ਜੀ ਦਾ ਸਹਿਯੋਗ ਦਿਓ, ਇਹਨਾਂ ਦੀ ਫਰਬੰਡ ਜਿਹੜੀ ਸਿੱਖ ਫਰਬੰਡ ਡੋਇਚਲੈਂਡ ਸਿਰਫ ਦਮਨਦੀਪ ਦੀ ਨਹੀਂ ਹੈਗੀ, ਮੈਂ ਤਾਂ ਸਮਝ ਸਮੁੱਚੇ ਖਾਲਸਾ ਪੰਥ ਦੀ ਹੈ, ਤੇ ਸਮੁੱਚੇ ਖਾਲਸੇ ਪੰਥ ਨੂੰ ਜਿੱਥੇ ਜਿੱਥੇ ਆਵਾਜ਼ ਜਾਂਦੀ, ਇਹਨਾਂ ਦਾ ਸਾਥ ਦਿਓ, ਸਹਿਯੋਗ ਦਿਓ, ਆਵਾਜ਼ ਨੂੰ ਬੁਲੰਦ ਕਰਨ। ਤੇ ਮੈਂ ਇਹਨਾਂ ਨੂੰ ਤੁਸੀਂ ਵੀ ਜਿੱਥੇ ਇੰਨਾ ਵੱਡਾ ਕੰਮ ਕਰ ਰਹੇ ਹੋ, ਤੇ ਉੱਥੋਂ ਦੇ ਜਰਮਨ ਦੇ ਜਿਹੜੇ ਮੀਡੀਆ ਨੇ, ਉਹਨਾਂ ਦੇ ਨਾਲ ਵੀ ਤੁਸੀਂ ਕੋਸ਼ਿਸ਼ ਕਰੋ, ਸੰਪਰਕ ਕਰੋ, ਸਾਈਟਿੰਗਸ ਵਗੈਰਾ ਜੋ ਵੀ ਉੱਥੇ ਹੁੰਦਾ, ਉਹਨਾਂ ਦੇ ਨਾਲ ਵੀ ਸੰਪਰਕ ਕਰਕੇ ਇਸ ਚੀਜ਼ ਨੂੰ ਦੱਸੋ। ਕਿਉਂਕਿ ਜੇ 1999 ਵਿੱਚ ਸਾਈਟਿੰਗ ਗੁਰਦੁਆਰੇ ਆ ਜਾਂਦੇ ਨੇ 10 ਦਿਨ ਨੇ, ਤੇ ਵਾਈ ਨਾਟ ਹੁਣ ਵੀ ਇਸ ਸਮੇਂ ਅੱਗੇ ਵਿਸਾਖੀ ਆ ਰਹੀ ਹੈ, ਉਹਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨਿਕਲਿਆ, ਆਪਾਂ ਵੱਧ ਤੋਂ ਵੱਧ ਸਾਰਿਆਂ ਨੇ ਸੇਵਾ ਕਰਨੀ ਹੈ। ਸੋ ਥੈਂਕ ਯੂ ਤੁਹਾਡਾ ਬਹੁਤ ਬਹੁਤ। ਤੇ ਇੱਕ ਆਖਰੀ ਗੱਲ ਜੇ ਤੁਸੀਂ ਇੱਕ ਅੱਧੇ ਮਿੰਟ ਵਿੱਚ ਆਪਣੀ ਕਰਨਾ ਚਾਹੋ ਤਾਂ ਪਲੀਜ਼। ਹਾਂਜੀ, ਮੈਂ ਜੋ ਗੱਲ ਕਹਿਣੀ ਚਾਹਾਂਗਾ, ਸਭ ਤੋਂ ਪਹਿਲਾਂ ਤਾਂ ਕੋਈ ਮੇਰਾ ਇਕੱਲੇ ਦਾ ਪ੍ਰੋਜੈਕਟ ਨਹੀਂ ਹੈਗਾ, ਇੱਥੇ ਬਹੁਤ ਸੇਵਾਦਾਰ ਨੇ ਜਿਹੜੇ ਲੱਗੇ ਨੇ, ਟੀਮ ਦਾ ਐਫਰਟ ਹੈਗਾ ਸਾਰਾ। ਅਗਰ ਚਾਹੋ ਆਪਣਾ ਫੋਨ ਨੰਬਰ ਵੀ ਦੇ ਦਿਓ ਕਿ ਸਿੱਖ ਸੰਸਥਾਵਾਂ ਤੁਹਾਨੂੰ, ਕਿਉਂਕਿ ਕਈ ਵਾਰੀ ਫੋਨ ਨੰਬਰ ਨਾ ਹੋਣ ਕਰਕੇ ਕਿੱਥੇ ਕਿੱਥੇ ਜਾਣਾ ਪੈਂਦਾ, ਆਪਣਾ ਫੋਨ ਨੰਬਰ ਦੇ ਦਿਓ ਕਿ ਡਾਇਰੈਕਟਲੀ ਤੁਹਾਡੇ ਨਾਲ ਜਾਂ ਤੁਹਾਡੀ ਸੰਸਥਾ ਦੇ ਨਾਲ ਕੰਟੈਕਟ ਕੀਤਾ ਜਾਵੇ, ਇਹ ਵਧੀਆ ਰਹੇਗਾ। ਹਾਂਜੀ, ਉਹ ਹੈਗਾ +49 177 77 04807। ਸਾਡੀ ਵੈਬਸਾਈਟ ਦੇ ਉੱਤੇ ਵੀ ਸਾਰਾ ਕੁਝ ਲਿਖਿਆ ਹੈ, sikhfabandh.de ਤੇ, ਉੱਥੇ ਵੀ ਤੁਸੀਂ ਸਾਰੀ ਇਨਫੋਰਮੇਸ਼ਨ, ਕੰਟੈਕਟ ਇਨਫੋ ਲੈ ਸਕਦੇ ਹੋ। ਤੇ ਸਾਡੀ ਅਪੀਲ ਤੇ ਬੇਨਤੀ ਇਹੀ ਹੈਗੀ ਹੈ, ਖਾਸ ਕਰਕੇ ਜਰਮਨੀ ਵਿੱਚ ਰਹਿੰਦੀ ਹੋਈ ਸੰਗਤ ਨੂੰ, ਕਿ ਅਸੀਂ ਆਪਣੇ ਤੇ ਸੈਲਫ ਐਨਾਲਾਈਜ਼ ਕਰੀਏ ਤੇ ਸੋਚੀਏ ਅਸੀਂ ਹੁਣ ਇਸ ਵੇਲੇ ਕਿੱਥੇ ਖੜੇ ਤੇ ਅਸੀਂ ਕੀ ਐਫਰਟ ਪਾ ਰਹੇ ਹਾਂ। ਜੇ ਸਾਡੇ ਬੇਟੇ ਨੂੰ ਪ੍ਰੋਬਲਮ ਹੈ ਤਾਂ ਅਸੀਂ ਉਸ ਦੇ ਲਈ ਪ੍ਰੋਐਕਟਿਵਲੀ ਅਸੀਂ ਕੀ ਕਰ ਸਕਦੇ ਹਾਂ। ਅਸੀਂ ਬੱਚੇ ਨੂੰ ਦਸਤਾਰ ਬੰਨਣਾ ਸਿਖਾਈਏ। ਅਸੀਂ ਦਸਤਾਰ ਕੋਰਸਿਸ ਇੱਥੇ ਕੀਤੇ ਨੇ ਸ਼ੁਰੂ ਵਿੱਚ, ਅੱਜ ਉਹ ਸਾਰੇ ਮੁੰਡੇ
ਦਸਤਾਰਾ ਬੰਦੇ ਨੇ। ਜਿਹੜੇ ਨਹੀਂ ਵੀ ਬੰਦੇ ਉਹਨਾਂ ਦੀ ਆਪਣੀ ਮਰਜ਼ੀ ਹੈ, ਦੈਟਸ ਨੋ ਇਸ਼ੂ, ਕਿਸੇ ਦੇ ਉੱਤੇ ਕੋਈ ਪ੍ਰੈਸ਼ਰ ਨਹੀਂ ਹੈਗਾ। ਪਰ ਇੱਕ ਪਲੇਟਫਾਰਮ ਸਾਡੇ ਕੋਲ ਹੁਣ ਆਈ ਹੈ ਜੋ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਆ, ਇਹਨੂੰ ਅਸੀਂ ਆਪਣੇ ਹੱਥੋਂ ਨਾ ਗਵਾ ਲਈਏ, ਸਿੱਖ ਪਾਬੰਦ ਨੂੰ। ਸੋ ਵੱਧ ਤੋਂ ਵੱਧ ਮੈਂਬਰ ਬਣ ਸਕਦੇ ਹਾਂ ਤਾਂ ਮੈਂਬਰ ਬਣੀਏ, ਪੂਰੀ ਫੈਮਿਲੀ ਸਮੇਤ। ਤੇ ਜੋ ਵੀ ਹੈਗਾ ਅਸੀਂ ਆਪਣੇ ਆਪ ਨੂੰ ਸੈਲਫ ਡਿਵੈਲਪ ਕਰੀਏ, ਉਹ ਸਭ ਤੋਂ ਜ਼ਰੂਰੀ ਹੈ। ਉਸ ਦੇ ਨਾਲ ਬੱਚੇ ਦੇਖ ਕੇ ਡਿਵੈਲਪ ਹੋਣਗੇ ਤੇ ਉਹਨਾਂ ਨੂੰ ਕੌਨਫੀਡੈਂਸ ਆਏਗਾ। ਤੇ ਬੇਸਿਕਲੀ ਇਹੀ ਗੱਲ ਹੈ ਜੋ ਅਸੀਂ ਇਸ ਵੇਲੇ ਕਹਿ ਸਕਦੇ ਹਾਂ। ਬਿਲਕੁਲ ਜੀ, ਤੁਸੀਂ ਵੱਧ ਤੋਂ ਵੱਧ ਸਪੋਰਟ ਦਿਓ, ਸਾਥ ਦਿਓ। ਮੈਂ ਇੱਕ ਅੱਧੇ ਮਿੰਟ ਵਿੱਚ ਇੱਕ ਗੱਲ ਤੁਹਾਡੇ ਨਾਲ ਹੋਰ ਜ਼ਿਆਦਾ ਜ਼ਰੂਰੀ ਸਾਂਝੀ ਕਰਨਾ ਚਾਹਾਂਗੀ, ਕਿਉਂਕਿ ਜਿਸ ਤਰ੍ਹਾਂ ਦਮਨਦੀਪ ਜੀ ਦੀ ਇਹ ਵੀਡੀਓ ਵਾਇਰਲ ਹੋ ਰਹੀ ਹੈ, ਤੇ ਉਸ ਤਰੀਕੇ ਦੇ ਨਾਲ WhatsApp ਗਰੁੱਪਾਂ ਦੇ ਉੱਤੇ ਜਿਹੜੇ ਕਿ ਸਾਡੇ ਨਾਲ ਵੀ ਜੁੜੇ ਹੋਏ ਲੋਕ ਨੇ, ਉਹਨਾਂ ਨੇ ਆਪਣੀ ਇੱਕ ਹੱਡਬੀਤੀ ਦੱਸੀ ਕਿ ਜਦੋਂ ਉਹਨਾਂ ਦਾ ਬੱਚਾ ਹੋਇਆ ਸੀਗਾ, ਉਹ ਦੋਨੋਂ ਮਾਪਿਓ ਜਰਮਨ ਨੈਸ਼ਨੈਲਿਟੀ ਵਾਲੇ ਸਨ, ਤੇ ਜਰਮਨ ਦਾ ਇੱਕ ਕਾਨੂੰਨ ਇਹ ਵੀ ਹੈ ਕਿ ਜਦੋਂ ਬੱਚਾ ਜਨਮ ਲੈਂਦਾ ਹੈ ਤੇ ਮਾਪਿਓ ਕੋਲ ਜਰਮਨ ਨੈਸ਼ਨੈਲਿਟੀ ਹੁੰਦੀ ਹੈ, ਤਾਂ ਉਸ ਟਾਈਮ ਉਹਨਾਂ ਦਾ ਨਾਮਕਰਨ ਪਹਿਲਾਂ ਜਰਮਨ ਹੋਣਾ ਚਾਹੀਦਾ ਹੈ, ਫਿਰ ਗੁਰਸਿੱਖੀ ਵਾਲਾ। ਪਰ ਇਹ 1999 ਦੀ ਆ ਵੀ ਗੱਲ 1999 ਦੇ ਨਾਲ ਹੀ ਜੁੜਦੀ ਹੈ ਕਿ ਉਹ ਬੱਚੀ ਦਾ ਜਨਮ 1999 ਜਨਵਰੀ 'ਚ ਹੋਇਆ ਸੀਗਾ। ਤੇ ਜਦੋਂ ਨਾਮ ਰੱਖਣ ਵਾਸਤੇ ਉਹ ਰਾਥ ਹਾਊਸ ਵਿੱਚ ਗਏ ਨੇ, ਕਿਸੇ ਬੱਚੇ ਦਾ ਨਾਮ ਰੱਖਣਾ ਹੈ ਗੁਰਮੇਲ ਕੌਰ, ਤਾਂ ਉੱਥੇ ਉਹਨਾਂ ਨੇ ਅੜਚਨ ਪਾ ਦਿੱਤੀ ਕਿ ਨਹੀਂ ਜੀ, ਤੁਸੀਂ ਗੋਰੇ ਹੋ, ਤੁਹਾਡੇ ਕੋਲ ਨੈਸ਼ਨੈਲਿਟੀ ਜਰਮਨ ਹੈਗੀ ਹੈ, ਤੁਸੀਂ ਪਹਿਲੇ ਇਹਦਾ ਗੋਰਿਆਂ ਦਾ ਨਾਂ ਰੱਖੋ, ਫਿਰ ਤੁਸੀਂ ਸਿੱਖੀ ਦਾ ਨਾਂ ਰੱਖ ਸਕਦੇ ਹੋ। ਤਾਂ ਉੱਥੇ ਪਰਿਵਾਰ ਭੜਕ ਗਿਆ। ਸਿੰਘ ਸਾਹਿਬ ਜਿਹੜੇ ਸਨ ਉਹ ਉੱਥੇ ਉਚਿਤ ਤਰੀਕੇ ਨਾਲ ਬੋਲ ਪਏ ਕਿ ਅਸੀਂ ਤੁਹਾਡੀਆਂ ਸਿਰਫ ਨੈਸ਼ਨੈਲਿਟੀਆਂ ਲਈਆਂ ਨੇ, ਅਸੀਂ ਆਪਣੀ ਆਈਡੈਂਟਿਟੀ ਜਾਂ ਆਪਣਾ ਧਰਮ ਆਪਣਾ ਨਹੀਂ ਤੁਹਾਨੂੰ ਦਿੱਤਾ ਹੈਗਾ, ਅਸੀਂ ਕਨਵਰਟ ਨਹੀਂ ਹੋਇਆ, ਅਸੀਂ ਸਿੱਖਾਂ ਤੇ ਸਿੱਖੀ ਰਵਾਂਗੇ। ਸੋ ਇਸ ਕਰਕੇ ਅਸੀਂ ਇਸ ਚੀਜ਼ ਨੂੰ ਬਿਲਕੁਲ ਹੀ ਮਨਾ ਕਰਦੇ ਹਾਂ। ਜੇ ਤੁਸੀਂ ਜ਼ਿਆਦਾ ਫੋਰਸ ਕਰਦੇ ਹੋ ਨੈਸ਼ਨੈਲਿਟੀਆਂ ਸਾਹਮੋ ਆਪਣੀਆਂ, ਅਸੀਂ ਸਿੱਖ ਹੀ ਚੰਗੇ ਆ, ਆਪਾਂ ਨੂੰ ਨਹੀਂ ਚਾਹੀਦਾ। ਤਾਂ ਫਿਰ ਉੱਥੇ ਇੱਕ ਹੋਰ ਨਾਲ ਗੋਰੀ ਸੀ, ਉਹਨੇ ਇੱਕ ਸੁਜੈਸ਼ਨ ਦਿੱਤਾ ਕਿ ਤੁਸੀਂ ਇਸ ਤਰ੍ਹਾਂ ਕਰੋ, ਬਰਲਿਨ ਦੇ ਵਿੱਚ ਨੇਮ ਇੰਸਟੀਚਿਊਟ, ਨਾਮਨ ਇੰਸਟੀਚਿਊਟ ਹੈਗੀ ਹੈ, ਉੱਥੇ ਜਾਓ, ਆਪਣੇ ਅੱਖਰ ਦਿਓ, ਉੱਥੇ ਉਹਨੂੰ ਫਰਗਲਾਇਸ਼ ਕਰਨਗੇ, ਦੇਖਣਗੇ ਕੋਰ ਤੇ ਸਿੰਘ ਵਿੱਚ ਪਿੱਛੇ ਲਗਾ ਕੇ ਤੁਸੀਂ ਲੈ ਕੇ ਆ ਸਕਦੇ ਹੋ, ਤੁਹਾਨੂੰ ਬਸ਼ਾਈਨਿੰਗ ਮਿਲ ਜਾਏਗੀ, ਪੇਪਰ ਤੁਹਾਨੂੰ ਦਿੱਤਾ ਜਾਏਗਾ, ਉਹਨਾਂ ਨੇ ਤੁਹਾਨੂੰ ਸਰਟੀਫਿਕੇਟ ਦੇ ਦੇਣਾ ਕਿ ਤੁਸੀਂ ਆਪਣੇ ਬੱਚੇ ਦਾ ਨਾਮ ਰੱਖ ਸਕਦੇ ਹੋ। ਇਹ 1999 ਵਿੱਚ ਇਸ ਸੰਨ ਵਿੱਚ ਇਹ ਗੱਲ ਹੋਈ ਸੀ। ਸੋ ਜਿੰਨੇ ਵੀ ਇੱਥੇ ਸਿੱਖ ਜਰਮਨ ਦੇ ਵਿੱਚ ਰਹਿੰਦੇ ਨੇ, ਤੁਹਾਨੂੰ ਜੇ ਨਾਮਾਂ ਤੇ ਕੋਈ ਪ੍ਰੋਬਲਮ ਹੁੰਦੀ ਹੈ, ਤੁਸੀਂ ਆਪਣੇ ਬੱਚੇ ਦਾ ਨਾਮ ਗੁਰਸਿੱਖੀ ਵਿੱਚ ਰੱਖ ਸਕਦੇ ਹੋ। ਹਾਂ, ਉਸ ਸਮੇਂ ਮੀਡੀਆ ਘੱਟ ਸੀ, ਅਵੇਅਰਨੈਸ ਨਹੀਂ ਹੋ ਸਕੀ, ਉਹ ਗੁਰਸਿੱਖ ਨੇ ਵੀ ਜ਼ਿਆਦਾ ਅਵੇਅਰਨੈਸ ਨਹੀਂ ਪਾਈ ਹੈ। ਸੋ ਉਸ ਗੁਰਸਿੱਖ ਨੇ ਜਦੋਂ ਸਾਨੂੰ ਦੱਸੀ ਗੱਲ, ਤਾਂ ਸਾਡਾ ਮੰਤਵ ਸੀਗਾ ਕਿ ਇਹਦੇ ਵਿੱਚ ਇਹ ਜ਼ਰੂਰੀ ਦੱਸਣੀ ਹੈਗੀ ਹੈ ਕਿ ਤੁਸੀਂ ਆਹ ਕੰਮ ਜ਼ਰੂਰ ਕਰ ਸਕਦੇ ਹੋ, ਆਪਣੀ ਆਈਡੈਂਟਿਟੀ ਸੰਭਾਲ ਸਕਦੇ ਹੋ, ਆਪਣੇ ਬੱਚਿਆਂ ਦਾ ਨਾਮ ਗੁਰਸਿੱਖੀ ਦੇ ਵਿੱਚ ਰੱਖ ਸਕਦੇ ਹੋ। ਸਿਰਫ ਤੁਹਾਨੂੰ ਥੋੜੀ ਜਿਹੀ ਮਿਹਨਤ ਮੁਸ਼ੱਕਤ ਕਰਨੀ ਪਏਗੀ। ਬਰਲਿਨ ਦੇ ਵਿੱਚ ਨਾਮਨ ਇੰਸਟੀਚਿਊਟ ਦੇ ਵਿੱਚ ਜਾ ਕੇ ਉੱਥੋਂ ਬਿਸ਼ਾਈਨਿੰਗ ਨੂੰ ਲੈ ਕੇ ਆ ਜਾਓ, ਤੁਹਾਡੇ ਬੱਚਿਆਂ ਦੀ ਆਈਡੈਂਟਿਟੀ ਗੁਰਸਿੱਖੀ ਦੇ ਨਾਮਾਂ ਦੇ ਨਾਲ ਰਹੇਗੀ, ਉਹਨਾਂ ਦੀ ਕਦੀ ਗੁਪਤ ਨਹੀਂ ਹੋਏਗੀ। ਧੰਨਵਾਦ ਕਰਾਂਗੀ ਕਿਉਂਕਿ ਸਮਾਂ ਬਹੁਤ ਤੇਜ਼ੀ ਨਾਲ ਜਾ ਰਿਹਾ ਹੈ, ਗੱਲਾਂ ਤਾਂ ਬਹੁਤ ਕਰਨ ਵਾਲੀਆਂ। ਸੋ ਤੁਸੀਂ ਪ੍ਰੋਗਰਾਮ ਦੇਖਣਾ, ਵੱਧ ਤੋਂ ਵੱਧ ਸ਼ੇਅਰ ਕਰਨਾ, ਕਮੈਂਟ ਦੇਣਾ ਜ਼ਰੂਰ, ਤੇ ਦਮਨਦੀਪ ਜੀ ਦਾ ਉਹਨਾਂ ਦੀ ਫਬੰਡ ਦਾ ਵੀ ਸਾਥ ਜ਼ਰੂਰ ਦੇਣਾ, ਸਹਿਯੋਗ ਦੇਣਾ। ਸੋ ਧੰਨਵਾਦ ਦਮਨਦੀਪ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰਗੁਜ਼ਾਰ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।